ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਗੁਰੂ ਮਹਾਰਾਜ ਦੇ ਜੀਵਨ ਦਾ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ ਉਹਨਾਂ ਨੇ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਬਹੁਤ ਹੀ ਸੁੰਦਰ ਛੰਦਾਬੰਦੀ ਅੰਦਰ ਇਤਿਹਾਸ ਲਿਖਿਆ ਹੈ। ਜਿਸ ਮਹਾਨ ਇਤਿਹਾਸਿਕ ਗ੍ਰੰਥ ਦੀ ਜੋ ਕਥਾ ਆਪਾਂ ਲੜੀਵਾਰ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਲੜੀ ਤਹਿਤ 6ਵੇਂ ਮਹੱਲੇ ਦੀ ਕਥਾ ਕੱਲ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਜੀ ਸੰਤ ਅਲਮਸਤ ਜੀ ਨੂੰ ਮਹੰਤ ਥਾਪ ਕਰਕੇ ਸ੍ਰੀ ਨਾਨਕ ਮੱਤਾ ਸਾਹਿਬ ਗਰੀਬ ਨਵਾਜ ਪਾਤਸ਼ਾਹ ਭਾਈ ਕੀ ਡਰੋਲੀ ਪਹੁੰਚੇ ਹਨ, ਜਿੱਥੇ ਰਿਸ਼ਤੇ ਵਿੱਚੋਂ ਜੋ ਗੁਰੂ ਮਹਾਰਾਜ ਦਾ ਸਾਧੂ ਲੱਗਦਾ ਹੈ ਭਾਈ ਸਾਈਂ ਦਾਸ ਜੀ ਤੇ ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਬੀਬੀ ਰਾਮੋ ਜੀ, ਜਿਨ੍ਹਾਂ ਮਹਾਰਾਜ ਦੀ ਬਹੁਤ ਸੇਵਾ ਕੀਤੀ। ਸੇਵਾ ਇਸ ਕਰਕੇ ਨਹੀਂ ਕਿ ਰਿਸ਼ਤੇਦਾਰ ਸਮਝ ਕੇ ਕੀਤੀ ਹੈ। ਪੰਜਵੇਂ ਪਾਤਸ਼ਾਹ ਤੋਂ ਇਹਨਾਂ ਸਿੱਖੀ ਧਾਰਨ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਪਰਮੇਸ਼ਰ ਜਾਣਦੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਸੇਵਾ ਭਾਵਨਾ ਵੇਖ ਕੇ ਬਚਨ ਕੀਤੇ ਵੀ ਤੁਹਾਡਾ ਮੁਕਤੀ ਦਾ ਜਿਹੜਾ ਬਰ ਹੈ ਸਤਿਗੁਰੂ ਜੀ ਨੇ ਬਖਸ਼ਿਆ। ਗਰੀਬ ਨਵਾਜ ਪਾਤਸ਼ਾਹ ਕੁਝ ਸਮਾਂ ਇੱਥੇ ਰਹਿ ਕੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੱਛਾ ਕੀਤੀ ਜਾਣ ਦੀ, ਤਾਂ ਸਾਈਂ ਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਕੁਝ ਸਮਾਂ ਹੋਰ ਰਹੋ। ਫਿਰ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਆਏ ਹੋਏ ਇੱਥੇ ਰਹੇ ਨੇ ਤੇ ਉਹ ਸਮਾਂ ਆਇਆ ਕੱਤਕ ਸੁਦੀ ਪੂਰਨਮਾਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਅਵਤਾਰ ਦਿਹਾੜਾ ਭਾਈ ਕੀ ਡਰੋਲੀ ਸਤਿਗੁਰਾਂ ਨੇ ਮਨਾਇਆ ਤੇ ਉਸੇ ਦਿਨ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ।
ਸਤਿਗੁਰੂ ਮਹਾਰਾਜ ਨੇ ਖੁਸ਼ੀ ਮਨਾਈ। ਫਿਰ ਵੀ ਸਤਿਗੁਰੂ ਸਮਾਂ ਲੰਘਿਆ। ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਬੇਅੰਤ ਸੰਗਤਾਂ ਨੂੰ ਤਾਰਦੇ ਨੇ। ਮਾਤਾ ਗੰਗਾ ਜੀ ਵੀ ਭਾਈ ਕੀ ਡਰੋਲੀ ਪਹੁੰਚੇ ਹਨ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਐਸੀਆਂ ਕਿਰਪਾ ਕੀਤੀਆਂ ਕਿ ਸਮਾਂ ਲੰਘਦਿਆਂ ਫਿਰ ਲਗਭਗ 1.5 ਸਾਲ ਬੀਤ ਗਿਆ ਤੇ ਬੀਬੀ ਵੀਰੋ ਜੀ ਨੇ ਜਨਮ ਲਿਆ ਹੈ। ਮਾਤਾ ਦਮੋਦਰੀ ਜੀ ਸਤਿਗੁਰੂ ਦੀ ਕਿਰਪਾ ਰਹਿਮਤ ਖੁਸ਼ੀਆਂ ਮਨਾਈਆਂ। ਬੀਬੀ ਵੀਰੋ ਦੇ ਵੀ ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਜਿਹੜੀ ਹੈ ਲੜਕੇ ਵਾਂਗ ਖੁਸ਼ੀ ਮਨਾਈ ਹੈ। ਤੇ ਐਸਾ ਕੁਝ ਸਮਾਂ ਇੱਥੇ ਮਹਾਰਾਜ ਰਹਿ ਰਹੇ ਨੇ ਤੇ ਮਾਤਾ ਦਮੋਦਰੀ ਜੀ ਅਕਾਲ ਚਲਾਣਾ ਕਰ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸੇ ਤਰ੍ਹਾਂ ਸਾਰਾ ਜਿਹੜੀ ਮ੍ਰਿਤਕ ਕਿਰਿਆ ਕੀਤੀ ਹੈ। ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਨੇ ਤੇ ਸਤਿਗੁਰੂ ਪਾਤਸ਼ਾਹ ਨੇ ਪਹੁੰਚ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਉਪਦੇਸ਼ ਦੇਣਾ ਸ਼ੁਰੂ ਕੀਤਾ। ਸਿੱਖ ਸੰਗਤਾਂ ਆਉਂਦੀਆਂ। ਇੱਕ ਜਮਾਲ ਨਾਮ ਦਾ ਵਿਅਕਤੀ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇ ਕੇ ਸਿੱਖ ਬਣਾਵੋ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਗੁਰਬਾਣੀ ਪੜ੍ਹ ਸੁਣ ਕੇ ਸ਼ਬਦ ਦੀ ਵਿਚਾਰ ਕਰਿਆ ਕਰ ਔਰ ਆਪਣੇ ਹਿਰਦੇ ਅੰਦਰ ਸਿਦਕ ਧਾਰਨ ਕਰ, ਸ਼ੁਭ ਕਰਮ ਕਰ, ਤਾਤ ਪਰੈ ਤਿਸ ਕੋ ਲਖ ਪਾਵੋ। ਜੋ ਅਸਲ ਸਿਧਾਂਤ ਤਾਤ ਪਰਜ ਹੁੰਦਾ ਸ਼ਬਦ ਦਾ, ਇਹ ਉਪਦੇਸ਼ ਉਸ ਨੂੰ ਆਪਣੇ ਅੰਦਰ ਜਾਣ। ਆ ਜਿੰਨੇ ਵੀ ਸਰੀਰ ਜਗਤ ਦੇ ਵਿੱਚ ਨੇ ਸਾਰੇ 5 ਤੱਤਾਂ ਦੇ ਬਣਾਏ ਹੋਏ ਆ, ਕਿਸੇ ਵਿੱਚ ਕੋਈ ਘੱਟ ਵੱਧ ਨਹੀਂ। ਜਾਂ ਅੰਤఃਕਰਨ ਜਾਂ ਇੰਦਰੀਆਂ ਹਨ, ਇਹ ਸਰੀਰ ਹੈ। ਜਿੱਥੇ ਕਿੱਥੇ ਵੀ ਵੇਖੋ ਸਾਰਿਆਂ ਵਿੱਚ ਇੱਕੋ ਚੇਤਨ ਬ੍ਰਹਮ ਵਸਦਾ ਹੈ। ਇਹ ਜਾਣ ਲੈ ਕਿ ਸਰੀਰਾਂ ਵਿੱਚ ਫਰਕ ਹੈ ਪਰ ਚੇਤਨ ਜਿਹੜਾ ਸਾਰਿਆਂ ਵਿੱਚ ਇੱਕੋ, ਉਹਦੇ ਵਿੱਚ ਕੋਈ ਭੇਦ ਨਹੀਂ। ਤੇ ਜਿਹੜਾ ਕੋਈ ਇਹ ਜਾਣ ਲੈਂਦਾ ਵੀ ਸਭ ਵਿੱਚ ਇੱਕੋ ਚੇਤਨ ਬ੍ਰਹਮ ਹੈ, ਉਹ ਮਹਾਰਾਜ ਕਹਿੰਦੇ ਸਾਡਾ ਸਿੱਖ ਹੈ ਤੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਭਾਈ ਜਮਾਲ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਵੀ ਜੇ ਚੇਤਨ ਸਾਰਿਆਂ 'ਚ ਇੱਕ ਹੈ, ਫਿਰ ਤਾਂ ਇੱਕ ਜਾਣਾ ਭੋਜਨ ਕਰੇ ਤੇ ਸਾਰੇ ਕਿਉਂ ਨਹੀਂ ਤ੍ਰਿਪਤ ਹੁੰਦੇ? ਇੱਕ ਨੂੰ ਗਿਆਨ ਹੋ ਗਿਆ, ਸਾਰੇ ਕਿਉਂ ਨਹੀਂ ਗਿਆਨਵਾਨ ਹੋ ਜਾਂਦੇ? ਮਹਾਰਾਜ ਕਹਿਣ ਲੱਗੇ ਵੀ ਦੇਖ ਜਮਾਲ, ਆਕਾਸ਼ ਇੱਕ ਹੈ, ਪਰ ਜਿਹੜਾ ਹੁਣ ਕੋਈ ਘੜਾ ਹੈ ਜਾਂ ਕੋਈ ਮੱਠ ਭਾਵ ਕੋਈ ਕਮਰਾ ਹੈ, ਤੇ ਹੁਣ ਆਕਾਸ਼ ਤਾਂ ਸਾਰੇ ਇੱਕੋ ਹੀ ਹੈ। ਜਿੱਥੇ ਕਿੱਥੇ ਵੀ ਵੇਖੋ ਸਾਰਿਆਂ ਵਿੱਚ, ਘਰੇ ਵੀ ਬੈਠੇ ਆ ਉੱਥੇ ਵੀ ਘੜਿਆਂ, ਜਿੰਨੇ ਘੜੇ ਆ ਘੜਿਆਂ 'ਚ ਵੀ ਇੱਕੋ ਹੀ ਆਕਾਸ਼, ਪਾਣੀ ਪਾ ਲਓ ਇੱਕ ਹੀ ਦੀਂਦਾ ਹੈ। ਇਸੇ ਤਰ੍ਹਾਂ ਸਾਰੇ ਜਗ੍ਹਾ ਜਾਂ ਜਿਹੜਾ ਆਕਾਸ਼ ਭਾਵ ਸਪੇਸ ਖਾਲੀ ਜਗ੍ਹਾ, ਉਹ ਵੀ ਆਕਾਸ਼ ਹੈ। ਉਹ ਤਾਂ ਸਾਰਿਆਂ 'ਚ ਇੱਕੋ ਜਿਹੀ ਹੋਈ ਹੈ। ਘਰ ਦੇ ਵਿੱਚ ਕਮਰਾ ਹੈ, ਜਿੰਨੀ ਖਾਲੀ ਜਗ੍ਹਾ ਤਾਂ ਸਾਰਿਆਂ 'ਚ ਇੱਕੋ ਜਿਹੀ ਹੋਈ ਹੈ। ਏਕ ਆਕਾਸ਼ ਸਭਨ ਮਹਿ ਦੀਖਤ, ਇਹਦੇ ਵਿੱਚ ਕੋਈ ਭੇਦ ਨਹੀਂ ਹੈ, ਨਿਰਣਾ ਕਰ ਲੈ। ਫਿਰ ਮਹਾਰਾਜ ਜੀ ਕਹਿੰਦੇ ਵੀ ਪਰ ਇੱਕ ਗੱਲ ਯਾਦ ਰੱਖ, ਹੁਣ ਆਕਾਸ਼ ਸਾਰਿਆਂ ਵਿੱਚ ਇੱਕ ਹੈ, ਪਰ ਜਿਹੜਾ ਕੋਈ ਪਦਾਰਥ ਜਿਹੜੇ ਘੜੇ 'ਚ ਪਾਵਾਂਗੇ ਉਸੇ 'ਚੋਂ ਹੀ ਉਹ ਨਿਕਲੇਗਾ ਨਾ। ਪਾਏ ਪਦਾਰਥ ਜਿਸ ਘਟ ਵਿਖੈ, ਤਿਸ ਤੇ ਹੀਨ ਸ਼ਕਤ ਸਭ ਦਿਖੈ। ਜਿਹਦੇ ਵਿੱਚ ਹੁਣ ਜੇ ਕੋਈ ਪਦਾਰਥ ਪਾਇਆ ਉਹਦੇ ਵਿੱਚੋਂ ਹੀ ਕੱਢਾਂਗੇ, ਦੂਜੇ 'ਚੋਂ ਤਾਂ ਨਹੀਂ ਨਿਕਲਣਾ ਹੈ। ਆਕਾਸ਼ ਇੱਕ ਹੈ, ਉਹ ਤਾਂ ਨਿਰਲੇਪ ਹੈ ਸਾਰਿਆਂ 'ਚ ਇੱਕ। ਫਿਰ ਮਹਾਰਾਜ ਨੇ ਦੂਜਾ ਉਹਨੂੰ ਉਪਦੇਸ਼ ਦਿੱਤਾ ਵੀ ਜਿਵੇਂ ਜਿਸ ਮਠ ਮੈਂ ਦੀਪਕ ਹੈ 12, ਤਿਸ ਇੱਕ ਮਹਿ ਹੋਇਸ ਉਜਿਆਰਾ। ਘਰਾਂ ਦੇ ਵਿੱਚ ਹੁਣ ਆਕਾਸ਼ ਤਾਂ ਸਾਰਿਆਂ 'ਚ ਹੀ ਹੈ, ਪਰ ਜੇ ਦੀਵਾ ਬਾਲਾਂਗੇ ਜਿਹੜੇ ਘਰ ਚਾਨਣ ਤਾਂ ਉਸੇ 'ਚ ਹੀ ਹੋਊ, ਦੂਜੇ ਤਾਂ ਨਹੀਂ ਹੋ ਸਕਦਾ ਹੈ।
ਇਸੇ ਤਰ੍ਹਾਂ ਹੀ ਜਾਣ ਲੈ। ਫਿਰ ਮਹਾਰਾਜ ਕਹਿੰਦੇ ਵੀ ਆ ਸਰੀਰ ਹੈ। ਹੁਣ ਇਹ ਜਿਵੇਂ ਭੋਜਨ ਖਾਂਦੇ ਆ ਤੇ ਪ੍ਰਾਣਾਂ ਦਾ ਜਿਹੜਾ ਧਰਮ ਹੈ ਇਹ ਅੰਨ ਪਾਣੀ ਹੈ ਤੇ ਮਨ ਦਾ ਧਰਮ ਗਿਆਨ ਹੈ। ਇਸੇ ਤਰ੍ਹਾਂ ਭਾਈ ਹੁਣ ਸਰੀਰ ਤਾਂ ਸਾਰੇ ਹੀ ਬ੍ਰਹਮ ਦੇ ਪੈਦਾ ਕੀਤੇ ਆ, ਸਭ ਵਿੱਚ ਬ੍ਰਹਮ ਵਸਦਾ, ਪਰ ਜਿਹੜੇ ਚ ਭੋਜਨ ਪਾਓਗੇ ਪ੍ਰਾਣ ਉਹੀ ਉਸੇ ਦੇ ਹੀ ਚੱਲਣਗੇ, ਦੂਜੇ ਤਾਂ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਮਨ ਹੈ। ਜਿਵੇਂ ਕਿਸੇ ਘਰ ਵਿੱਚ ਦੀਵਾ ਬਾਲਿਆ ਪ੍ਰਕਾਸ਼ ਉਸੇ ਵਿੱਚ ਹੈ, ਇਸੇ ਤਰ੍ਹਾਂ ਜਿਹੜਾ ਇਹ ਮਨ ਹੈ ਇਹਦਾ ਧਰਮ ਗਿਆਨ ਹੈ। ਤੇ ਜਿਹੜਾ ਹੁਣ ਮਨ ਗਿਆਨ ਲਵੇਗਾ ਉਹਨੂੰ ਹੀ ਗਿਆਨ ਹੋਊਗਾ, ਦੂਜੇ ਨੂੰ ਨਹੀਂ ਨਾ ਹੋ ਸਕਦਾ। ਇਹ ਆਤਮ ਸਾਖੀ ਸਾਰਿਆਂ ਦੇ ਵਿੱਚ ਇੱਕੋ ਜਾਣ ਲੈ, ਪਰ ਜਿਸਨੇ ਗੁਰੂ ਦਾ ਗਿਆਨ ਲੈ ਲਿਆ ਉਹ ਹੈ ਜਿਹੜਾ ਕੋਈ ਗਿਆਨ ਮਨ ਨਹੀਂ ਲਾਵੇਗਾ। ਮਹਾਰਾਜ ਕਹਿੰਦੇ ਉੱਤੇ ਫਿਰ ਅਗਿਆਨੀ ਰਹੂ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਦਿੱਤਾ। ਉਸ ਤੋਂ ਬਾਅਦ ਫਿਰ ਜਿਵੇਂ ਕੁੱਕੋ ਸਿੱਖ ਵਧਾਵਣ ਜੋਏ ਸੰਗ ਅਨੰਤਾ ਦੂਸਰ ਹੋਏ, ਭਾਈ ਕੁੱਕੋ ਵਧਾਵਣ ਗੋਤ ਦਾ ਸਿੱਖ ਹੈ ਇੱਕ, ਭਾਈ ਅਨੰਤਾ ਹੈ। ਇਹ ਮਹਾਰਾਜ ਦੇ ਕੋਲੇ ਆਏ, ਇਹਨਾਂ ਪ੍ਰਸ਼ਨ ਕੀਤਾ ਵੀ ਮਹਾਰਾਜ ਪਦਾਰਥ ਕਿੰਨੇ ਨੇ ਹੋਰ, ਪਰ ਜਿਹੜਾ ਕੜਾਹ ਪ੍ਰਸ਼ਾਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਉਂ ਮਹਾਨਤਾ ਦਿੱਤੀ। ਵੀ ਮਹਾਰਾਜ ਕਹਿਣ ਲੱਗੇ ਭਾਈ ਇਹ ਉੱਤਮ ਹੈ, ਜਿਵੇਂ ਅਵਤਾਰਾਂ ਦੇ ਵਿੱਚੋਂ ਗੁਰੂ ਅਵਤਾਰ ਉੱਤਮ ਹੈ, ਇਸੇ ਤਰ੍ਹਾਂ ਪਦਾਰਥਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਪਦਾਰਥ ਉੱਤਮ ਹੈ। ਤੇ ਜਿੰਨੇ ਵੀ ਫਿਰ ਉਪਦੇਸ਼ ਹੈ ਸਾਰਿਆਂ ਨਾਲੋਂ ਜਿਹੜਾ ਉੱਤਮ ਉਪਦੇਸ਼ ਹੈ ਉਹ ਹੈ ਸੱਚੇ ਨਾਮ ਦਾ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਵੀ ਇਹ ਚੁਣ ਚੁਣ ਕੇ ਸਾਰੀਆਂ ਵਸਤੂਆਂ ਆਪਣੇ ਸਿੱਖਾਂ ਨੂੰ ਬਖਸ਼ੀਆਂ ਨੇ। ਗਰੀਬ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ। ਇਹ ਪ੍ਰਸੰਗ ਆਏ ਫਿਰ ਮੰਡਿਆਲੀ ਦਾ ਭਾਈ ਦਇਆ ਰਾਮ ਮਰਵਾਹਿਆਂ ਚੋਂ ਆਇਆ। ਉਹਨਾਂ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਵਾਨ ਕਰ ਲੋ। ਤਾਂ ਫਿਰ ਜਿਹੜੀ ਮਾਤਾ ਮਰਵਾਹੀ ਜੀ ਹੈ, ਇਹ ਮਰਵਾਹਾ ਇਹਨਾਂ ਦਾ ਗੋਸ਼ ਸੀ ਖੱਤਰੀਆਂ ਦਾ, ਇਸ ਕਰਕੇ ਉਹਨਾਂ ਦਾ ਨਾਮ ਮਾਤਾ ਮਰਵਾਹੀ ਵੀ ਆਉਂਦਾ ਹੈ। ਤੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਫਿਰ ਵਿਵਾਹ ਹੋਇਆ। ਇਹ ਦੂਸਰੀ ਸ਼ਾਦੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਜਿਹੜੀ ਹੋਈ ਹੈ, ਤੇ ਉਹਨਾਂ ਦਾ ਨਾਮ ਮਹਾਦੇਈ ਵੀ ਆਉਂਦਾ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਿਹਰਾਂ ਕੀਤੀਆਂ। ਇਹ ਆਪਾਂ 15ਵੇਂ ਘਰ ਤੱਕ ਕੱਲ ਪ੍ਰਸੰਗ ਸਰਵਣ ਕੀਤਾ ਹੈ। ਆਓ ਇਹ ਹੁਣ ਨਾਲ ਆਪਾਂ ਤਾਂ ਸੀ ਵੀ ਸਮਝ ਆ ਜੇ, ਜੁੜ ਜੇ, ਕਿਉਂ ਕੱਲ ਡੂੰਘੀ ਥੋੜੀ ਜੀ ਗੱਲ ਜਦੋਂ ਆ ਜਾਂਦੀ ਉਹਨੂੰ ਥੋੜਾ ਵਿਚਾਰਨਾ ਪੈਂਦਾ ਹੈ। ਇਹ ਆਤਮਿਕ ਜੀਵਨ ਦੀ ਵੀ ਸੋਝੀ ਜਿੱਥੇ ਆਪਾਂ ਸਾਖੀਆਂ ਇਤਿਹਾਸ ਦੀਆਂ ਸਰਵਣ ਕਰਦੇ ਆਂ, ਇਤਿਹਾਸ ਦੇ ਵਿੱਚੋਂ ਸਾਡਾ ਜਿਹੜਾ ਆਤਮਿਕ ਜੀਵਨ ਦਾ ਉਪਦੇਸ਼ ਹੈ ਉਹ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਅੱਗੇ ਜੋ ਇਤਿਹਾਸ ਹੈ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਨਸਾ ਭਾਈ ਸੋ ਤੁਲਸੀਆ, ਤ੍ਰਿਤੀਆ ਤਖਤੂ ਧੀਰ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਹੋਰ ਗੁਰਸਿੱਖ ਆਏ, ਕੋਈ ਗੁਰਸਿੱਖਾਂ ਦਾ ਇਹ ਇਤਿਹਾਸ ਸੰਤ ਰੇਣ ਜੀ ਦੇ ਰਹੇ ਆ। ਇਹ ਆਤਮਿਕ ਉਪਦੇਸ਼ ਦੀਆਂ ਜਿਹੜੀਆਂ ਸਾਖੀਆਂ ਆ ਜਾਂਦੀਆਂ ਨੇ ਸਿੱਖਾਂ ਨੂੰ ਉਪਦੇਸ਼ ਦੀਆਂ। ਇੱਕ ਦਾ ਨਾਮ ਹੈ ਭਾਈ ਮਨਸਾ ਜੀ। ਮਨਸਾ ਭਾਈ ਸੋ ਤੁਲਸੀਆ, ਦੂਜੇ ਹਨ ਭਾਈ ਤੁਲਸੀਆ ਜੀ। ਤ੍ਰਿਤੀਆ ਤਖਤੂ ਧੀਰ, ਤੀਜੇ ਹਨ ਭਾਈ ਤਖਤੂ ਜੀ ਧੀਰਜਵਾਨ। ਤੀਰਥ ਉੱਪਲ ਸੰਗ ਮਿਲ, ਆਏ ਸ੍ਰੀ ਗੁਰ ਤੀਰ। ਤੇ ਚੌਥੇ ਹਨ ਭਾਈ ਤੀਰਥਾ ਜੀ, ਉੱਪਲ ਗੋਤ ਦੇ ਨੇ। ਉੱਪਲ ਗੋਤ ਖੱਤਰੀਆਂ ਦਾ, ਤੇ ਭਾਈ ਸਿੰਘਾਂ ਜੀ ਜਿਵੇਂ ਉੱਪਲ ਗੋਤ ਦੇ ਹੋਏ, ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ
ਹੌਲੀ ਹੌਲੀ ਉੱਪਲ ਗੋਤ ਦੇ ਨਾ ਫਿਰ ਸਿੱਖੀ ਜਦੋਂ ਧਾਰਨ ਕਰ ਲਈ, ਗੁਰਸਿੱਖ ਬਣੇ ਸਿੰਘ। ਤੇ ਉੱਪਲ ਗੋਤ ਫਿਰ ਬਹੁਤ ਪ੍ਰਚਲਿਤ ਜਿਹੜਾ ਹੈ ਆਪਾਂ ਵੇਖਦੇ ਹਾਂ ਕਿ ਜੱਟ ਜ਼ਿਮੀਂਦਾਰਾਂ ਦੇ ਵਿੱਚ ਉੱਪਲ ਗੋਤ ਇਹ ਸੀਹੇ ਕਿਆਂ ਤੋਂ ਹੀ ਸਾਰੇ ਇਸ ਤਰ੍ਹਾਂ ਆਏ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿੱਡੀਆਂ ਮਿਹਰਾਂ, ਸਰਦਾਰ ਹਰੀ ਸਿੰਘ ਨਲੂਆ ਕਿੱਡਾ ਵੱਡਾ ਜਰਨੈਲ, ਇਹ ਵੀ ਗੁਰਮੁਖੋ ਉੱਪਲ ਗੋਤ ਪਰਿਵਾਰ ਦਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਚਾਰੇ ਪਹੁੰਚੇ ਹਨ। ਚੌਪਈ ਬੰਦਨ ਕਰ ਬੈਠੇ, ਬੰਦਨ ਕਰ ਸਭ ਬੈਠੇ ਪਾਸ। ਗੁਰੂ ਮਹਾਰਾਜ ਨੂੰ ਭਾਈ ਮਨਸਾ, ਭਾਈ ਤੁਲਸੀਆ, ਭਾਈ ਤਖਤੂ, ਭਾਈ ਤੀਰਥਾ ਉੱਪਲ ਇਹਨਾਂ ਨੇ ਬੰਦਨਾ ਕੀਤੀ। ਗੁਰਸਿੱਖ ਮਹਾਰਾਜ ਦੇ ਕੋਲ ਬੈਠੇ ਹਨ। ਹਾਥ ਜੋੜ ਉਚਰੀ ਅਰਦਾਸ, ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਸਾਚੇ ਪਾਤਸ਼ਾਹੋ ਹਮ ਸੁਨੈ, ਕਿ ਹੇ ਸੱਚੇ ਪਾਤਸ਼ਾਹ ਜੀ ਅਸੀਂ ਇਹ ਸੁਣਿਆ ਹੈ, ਸਿੱਖ ਅਨੇਕ ਅਰਥ ਜੇ ਭਨੈ। ਇਹ ਸਿੱਖ ਵੀ ਜਿਹੜੇ ਹਨ ਉਹ ਅਨੇਕਾਂ ਅਰਥ ਇਸ ਦਾ ਉਚਾਰਦੇ ਨੇ। ਮਨ ਕੋ ਸ਼ਾਂਤ ਨ ਕਿਸ ਤੇ ਆਵੇ, ਇਹ ਬਹੁਤ ਕੁਝ ਅਸੀਂ ਸੁਣਦੇ ਸੁਣਾਉਨੇ ਆ, ਅਨੇਕਾਂ ਤਰ੍ਹਾਂ ਦੇ ਅਰਥ ਵੀ ਸੁਣਦੇ ਆ। ਮਨ ਨੂੰ ਜਿਹੜੀ ਸ਼ਾਂਤੀ ਹੈ ਉਹ ਨਾ ਕਿਸ ਤੇ ਆਵੇ। ਬਹੁਤਿਆਂ ਤੋਂ ਸੁਣਿਆ ਪਰ ਮਨ ਦੀ ਕਿਸੇ ਤੋਂ ਸ਼ਾਂਤੀ ਨਹੀਂ ਆਉਂਦੀ। ਇਤ ਉਤ ਤੇ ਹਟ ਥਿਰ ਨਾ ਰਹਾਵੇ, ਇਧਰੋਂ ਉਧਰੋਂ ਹਟਦਾ ਨਹੀਂ, ਟਿਕਦਾ ਨਹੀਂ ਹੈ, ਮਨ ਦੀ ਭੱਜ ਦੌੜ ਨਹੀਂ ਹਟਦੀ। ਨਿਵਲਾ ਅਪਰ ਨਿਹਾਲੂ ਦੋਏ, ਪਰ ਮਹਾਰਾਜ ਜੀ ਇੱਕ ਗੁਰਸਿੱਖ ਨੇ ਤੁਹਾਡੇ ਭਾਈ ਨਿਵਲਾ ਜੀ ਤੇ ਦੂਜੇ ਨੇ ਭਾਈ ਨਿਹਾਲੂ ਜੀ। ਕਥਾ ਉਚਾਰ ਕਰਤ ਹੈ ਸੋਏ, ਪਰ ਉਹ ਜਦੋਂ ਮਹਾਰਾਜ ਜੀ ਜਿਹੜੇ ਭਾਈ ਨਿਵਲਾ ਤੇ ਨਿਹਾਲੂ ਜੀ ਕਥਾ ਕਰਦੇ ਹਨ, ਤਰਾਸ ਬਿਕਾਰਨ ਤੇ ਹੋਏ ਤਬੈ। ਇਹ ਉਹਨਾਂ ਤੋਂ ਕਥਾ ਸੁਣ ਕੇ ਮਹਾਰਾਜ ਜੀ ਜਿਹੜੇ ਵਿਕਾਰ ਨੇ ਉਹਨਾਂ ਤੋਂ ਫਿਰ ਡਰ ਪੈਦਾ ਹੁੰਦਾ। ਇਹ ਵਿਕਾਰ ਕਮਾਉਣੇ ਇਹ ਮਾੜੇ ਹਨ, ਇਹ ਅੰਦਰ ਭੈ ਪੈਦਾ ਹੁੰਦਾ ਹੈ। ਦੁਰਮਤ ਔਰਤੇ ਪਰ ਹਰ ਸਵੈ, ਜਿਹੜੀ ਹਿਰਦੇ ਦੀ ਖੋਟੀ ਮਤ ਰੂਪ ਮੈਲ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ। ਗੁਰਮਤ ਕੋ ਪ੍ਰਾਪਤ ਚਿਤ ਹੋਤ। ਇਹਨਾਂ ਤੋਂ ਮਹਾਰਾਜ ਜੀ ਕਥਾ ਸੁਣ ਕੇ ਨਿਵਲੇ ਅਰ ਨਿਹਾਲੂ ਜੀ ਤੋਂ ਗੁਰਮਤ ਦੀ ਪ੍ਰਾਪਤੀ ਚਿੱਤ ਵਿੱਚ ਹੁੰਦੀ ਹੈ। ਦੁਰਮਤ ਗੁਣ ਗਨ ਹਿਰਦੇ ਜੋਤ ਅਦੋਤ, ਤੇ ਬੇਅੰਤ ਹਿਰਦੇ ਵਿੱਚ ਗੁਣ ਪ੍ਰਗਟ ਹੁੰਦੇ ਹਨ। ਜੋਤ ਅਦੋਤ ਪਰਮੇਸ਼ਰ ਦੀ ਜੋਤ ਜਾਂ ਜੋਤ ਗਿਆਨ ਜਿਹੜਾ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਭਾਵ ਸੀ ਵੀ ਮਹਾਰਾਜ ਕਥਾ ਤੇ ਹੋਰ ਵੀ ਸੁਣਦੇ ਆ ਉਪਦੇਸ਼ ਗੁਰਸਿੱਖਾਂ ਤੋਂ, ਅਨੇਕਾਂ ਤਾਂ ਜਿਹੜੇ ਅਰਥ ਕਰਦੇ ਬੇਅੰਤ ਸਿੱਖ, ਪਰ ਮਨ ਦੀ ਸ਼ਾਂਤੀ ਨਹੀਂ ਆਉਂਦੀ। ਜਦੋਂ ਕਿਤੇ ਭਾਈ ਨਿਵਲਾ ਤੇ ਨਿਹਾਲੂ ਜੀ ਤੋਂ ਸੁਣੀਂਦੇ ਐ ਉਦੋਂ ਬੜਾ ਆਨੰਦ ਆਉਂਦਾ। ਆਹ ਸਵਾਲ ਸੀ, ਸੁਣ ਸ੍ਰੀ ਹਰਿ ਗੋਬਿੰਦ ਬਖਾਨਾ। ਤਾਂ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, ਅੰਮ੍ਰਿਤ ਸਤਿਗੁਰ ਸ਼ਬਦ ਮਹਾਨਾ। ਭਾਈ ਜੋ ਸਤਿਗੁਰੂ ਦਾ ਸ਼ਬਦ ਹੈ ਇਹ ਅੰਮ੍ਰਿਤਮਈ ਹੈ, ਗੁਰੂ ਦਾ ਸ਼ਬਦ ਮਹਾਨ ਹੈ। ਬਖਤਾ ਮਹਿ 14 ਗੁਣ ਹੋਏ। ਔਰ ਜਿਹੜਾ ਬਖਤਾ ਹੈ ਨਾ, ਸ਼ਬਦ ਦਾ ਉਪਦੇਸ਼ ਕਰਤਾ, ਕਥਾ ਕਰਨ ਵਾਲਾ, ਉਹਦੇ ਵਿੱਚ 14 ਗੁਣ ਹੋਣ। ਤੇ ਸਰੋਤੇ 'ਚ ਵੀ 14 ਗੁਣ ਦੱਸੇ ਐ, ਵਕਤੇ 'ਚ ਵੀ 14 ਗੁਣ ਦੱਸੇ ਐ। ਫਿਰ ਗੁਰਮੁਖੋ ਕਥਾ ਜਿਹੜੀ ਹੈ ਬਹੁਤ ਵਾਰੀ ਆਪ ਜੀ ਨਾਲ ਗੱਲ ਸਾਂਝੀ ਕੀਤੀ, ਕਥਾ ਬਿਰਲੀ ਹੁੰਦੀ ਹੈ, ਬਹੁਤੇ ਤਾਂ ਲੈਕਚਰ ਹੋਈ ਜਾਂਦੇ, ਜਿਹਨੂੰ ਅਸੀਂ ਕਥਾ ਸਮਝਦੇ ਹਾਂ।
ਜਿਵੇਂ ਅੱਜ ਕੱਲ ਬਹੁਤ ਨਵੇਂ ਬੱਚੇ ਕਥਾ ਲੱਗੇ ਆ ਕਰਨ, ਪਰ ਉਹ ਜਿਹੜਾ ਹੈ ਇੱਕ ਤਰ੍ਹਾਂ ਨਾਲ ਪ੍ਰੋਫੈਸ਼ਨਲ ਜਿਹੜੀ ਜਿਵੇਂ ਕੋਈ ਡਿਊਟੀ ਕਰਦੇ ਹੁੰਦੇ ਆ, ਜਾਂ ਆਮ ਆਪਾਂ ਦੇਖਦੇ ਆ ਵੀ ਨੌਕਰੀ ਮਿਲ ਗਈ ਉਹਨੂੰ ਕੋਈ, ਇਸ ਤਰ੍ਹਾਂ ਦੇ ਭਾਵ ਨਾਲ ਹੋ ਰਹੀ ਹੈ। ਵਿਸ਼ਾ ਵਸਤੂ ਜਾਂ ਤਿਆਰ ਕੀਤਾ ਕਿਸੇ ਇੱਕ ਸ਼ਬਦ ਦੇ ਆਧਾਰ ਤੇ, ਉਸ ਤਰ੍ਹਾਂ ਫਿਰ ਅੱਧਾ ਪੌਣਾ ਘੰਟਾ ਉਸ ਤੇ ਵਿਚਾਰ ਦੇਤੀ। ਇੱਕ ਹੁੰਦੀ ਹੈ ਅਨੁਭਵ ਦੀ ਕਥਾ, ਫਿਰ ਉਹ ਜਿਹੜੀ ਆ ਉਹ ਕਿਸੇ ਵਿਸ਼ੇ ਵਸਤੂ ਤੇ ਨਹੀਂ ਹੁੰਦੀ, ਵਿਸ਼ਾ ਵਸਤੂ ਬਣ ਜਾਂਦਾ ਆਪੇ। ਇਹ ਨਹੀਂ ਹੁੰਦਾ ਵੀ ਆਹ ਵਿਸ਼ੇ ਤੇ ਬੋਲੋ। ਜਿਵੇਂ ਹੁਣ ਸੈਮੀਨਾਰ ਹੁੰਦੇ ਨੇ, ਸੈਮੀਨਾਰਾਂ ਦੇ ਵਿੱਚ ਬੁਲਾਰਿਆਂ ਨੂੰ ਜਿਹੜੇ ਆ ਉਹ ਵਿਸ਼ੇ ਦਿੱਤੇ ਜਾਂਦੇ ਆ ਵੀ ਫਲਾਣਾ ਜਿਹੜਾ ਲੈਕਚਰ ਕਰੂਗਾ ਉਹ ਇਸ ਗੱਲ ਤੇ ਬੋਲੂ, ਫਲਾਣਾ ਇਸ ਗੱਲ ਤੇ, ਫਲਾਣਾ ਆਹ ਵਿਸ਼ੇ ਤੇ ਉਹ ਫਿਰ ਸੈਮੀਨਾਰਾਂ ਦੇ ਵਿੱਚ ਲੈਕਚਰ ਹੁੰਦੇ ਆ। ਹੁਣ ਇਹ ਜਿਹੜੇ ਕਥਾ ਦਾ ਹੋ ਗਿਆ ਨਾ, ਇਹ ਸੈਮੀਨਾਰਾਂ ਵਾਂਗੂ ਕੰਮ ਚੱਲ ਪਿਆ। ਲੇਕਿਨ ਕਥਾ ਸੀ ਅਨੁਭਵਤਾ। ਪਹਿਲਾਂ ਤਾਂ ਹੁਣ ਜਿਹੜੇ ਗੁਰਮੁਖ ਪਿਆਰੇ ਸੀ, ਜਦੋਂ ਕੋਈ ਕਥਾ ਬਹੁਤ ਹੁੰਦਾ, ਕਥਾ ਸਿੱਖੀ ਨਹੀਂ ਜਾਂਦੀ, ਕਥਾ ਹੌਲੀ ਹੌਲੀ ਆਪੇ ਅਨੁਭਵ ਵਿੱਚ ਆਉਂਦੀ ਹੈ ਜਦੋਂ ਕੋਈ ਸੇਵਾ ਕਰਦਾ। ਹੁਣ ਤਾਂ ਸਪੈਸ਼ਲ ਹੈ, ਇੱਕ ਮੈਨੂੰ ਮਿਲਿਆ ਕਹਿੰਦੇ ਜੀ ਮੈਂ ਕਥਾ ਸਿੱਖਣੀ ਹੈ। ਮੈਂ ਕਿਹਾ ਇਹ ਤਾਂ ਕੋਈ ਨਹੀਂ, ਇਹ ਤਾਂ ਐਂ ਤਾਂ ਹੁਣ ਤੈਨੂੰ ਕੋਈ ਦੱਸ ਨਹੀਂ ਸਕਦੇ, ਆਹ ਸ਼ਬਦ ਦੀ ਕਥਾ ਕਰੇ ਇਹਦੇ ਨਾਲ ਆਹ ਪ੍ਰਮਾਣ, ਆਹ ਸਾਖੀ ਲਾ ਲਈ, ਫਲਾਨੇ ਸ਼ਬਦ ਦੀ ਕਰੇਗਾ ਇਹਦੇ ਨਾਲ ਪ੍ਰਮਾਣ ਤੇ ਆਹ ਸਾਖੀ ਲਾ ਦੀ। ਇਹ ਤਾਂ ਕੋਈ ਕਥਾ ਨਾ ਹੋਗੀ, ਵੀ ਇਹ ਤਾਂ ਗੁਰਮੁਖਾ ਸੁਣੀ ਚੱਲ, ਸੁਣਦੇ ਸੁਣਦੇ ਅਨੁਭਵ ਹੋਈ ਜਾਣਾ। ਬਾਕੀ ਆਪਦਾ ਸਿਮਰਨ ਕਰ, ਹੌਲੀ ਹੌਲੀ ਮਹਾਰਾਜ ਕਿਰਪਾ ਕਰੂ, ਆਪੇ ਕਥਾ ਹੋਣ ਲੱਗ। ਇਹ ਤਾਂ ਫੇਰ ਹੈ, ਵੱਧ ਤੋਂ ਵੱਧ ਜਿੰਨਾ ਹੋਵੇ ਸੁਣੋ, ਤੇ ਸੁਣੋ ਵੀ ਗੁਰਮੁਖਾਂ ਨੂੰ, ਜਿਹੜੇ ਕੋਈ ਪ੍ਰਾਤਨ ਚੰਗੇ ਗੁਰਮੁਖ ਪਿਆਰੇ ਨੇ ਨਾ, ਗਿਆਨਵਾਨ ਨਾਮ ਸਿਮਰਨ ਵਾਲੀ ਰੂਹਾਂ, ਉਹਨਾਂ ਨੂੰ ਸੁਣਦੇ ਰਹੋ। ਆਦਤ ਸੁਣਨ ਦੀ ਜ਼ਰੂਰ ਪਾਓ, ਬਾਈ ਆਪੇ ਮਾਲਕ ਦੀ ਕਿਰਪਾ ਹੋਣੀ ਹੈ। ਜੇ ਹੁਣ ਕੋਈ ਸਪੈਸ਼ਲ ਕਹੇ ਮੈਂ ਫਲਾਨੀ ਚੀਜ਼ ਦਾ ਸਿੱਖਣਾ ਤੇ ਸਿੱਖ, ਉਹ ਤਾਂ ਫਿਰ ਕਲਾਕਾਰੀ ਹੋ ਗਈ। ਇੱਕ ਕਿ ਫਲਾ ਇਹਨੇ ਆਹ ਕਲਾ ਸਿੱਖ ਲਈ, ਉਹਦੇ ਨਾਲ ਜਗਤ ਵਿੱਚ ਮਸ਼ਹੂਰ ਹੋ ਗਿਆ, ਆਪਣੀ ਉਪਜੀਵਕਾ ਚਲਾ ਲਈ। ਬਾਕੀ ਕਥਾ ਲਈ ਜ਼ਰੂਰੀ ਹੈ ਸਿਮਰਨ, ਇਹਦੇ ਵਾਸਤੇ ਕੋਈ ਸ਼ਬਦ ਦਾ ਅਭਿਆਸ ਵੀ, ਅੱਗੇ ਵੀ ਗੱਲ ਸਾਂਝੀ ਕੀਤੀ ਸੀ। ਇਸ ਤਰ੍ਹਾਂ ਗੁਰਮੁਖਾਂ ਨੇ ਕਹਿਣਾ ਕਥਾ ਕਰਨੀ ਹੈ ਤਾਂ ਉਹ ਕਰ, ਪਹਿਲਾਂ ਮੂਲ ਮੰਤਰ ਦਾ 1.25 ਲੱਖ ਪਾਠ ਕਰ, 1200 108 ਮਣਕੇ ਦੀ ਮਾਲਾ ਜਿਹੜੀ ਹੈ 1200 ਕਰਵਾਉਂਦੇ, ਤੇ ਉਹ ਆਮ ਤੋਂ ਹੁਣ 1158 60 ਮਾਲਾ ਹੋ ਜਾਣ ਤੇ 1.25 ਲੱਖ ਹੋ ਜਾਂਦਾ। ਉਹ ਸਿੱਧਾ ਹੀ ਸੀ 1200 ਕਰ ਲਓ, 108 ਮਣਕੇ ਦੀ ਮਾਲਾ ਤੇ 1200 ਮਾਲਾ ਕਰ, ਫੇਰ ਜਾ ਕੇ ਇਧਰ ਨੂੰ, ਕਿਉਂਕਿ ਉਹਦੇ ਨਾਲ ਬਿਰਤੀ ਦੀ ਇਕਾਗਰਤਾ। ਜਦੋਂ ਵੀ ਕੋਈ ਸ਼ਬਦ ਅਭਿਆਸ ਕਿਹਾ, ਸ਼ਬਦ ਦਾ ਇੰਨਾ ਅਭਿਆਸ ਕਰ ਲੈ, ਤੇ ਬਹੁਤ ਇੱਕੋ ਗੁਰਮੁਖ ਸੀ, ਉਹਨਾਂ ਨੇ ਕਹਿਣਾ ਵੀ ਆਹ ਪੜਿਆ ਕਰੋ ਗੋਬਿੰਦੇ ਮੁਕੰਦੇ, ਇਹ ਜ਼ਰੂਰ ਕਰਾਉਣਾ, ਕਹਿੰਦੇ ਇਹ ਕਰ ਲੈ, ਇਹ ਮਾਲਕ ਦੀ ਬੜੀ ਕਿਰਪਾ ਹੁੰਦੀ ਹੈ। ਚਲੋ ਇਹ ਤਾਂ ਇਉਂ ਹੈ, ਤਾਂ ਵਿੱਚ ਗੱਲ ਕਰ ਲਈਦੀ ਹੈ ਕਿ ਸੁਣਨ ਵਾਲਿਆਂ ਦੇ ਅੰਦਰ, ਜਾਂ ਕੋਈ ਗੁਰਮੁਖ ਕਥਾ ਕਰਨ ਵਾਲੇ ਸੁਣਦੇ ਆ, ਉਹਨਾਂ ਦੇ ਅੰਦਰ ਚਾਹਨਾ ਹੋ ਜੇ ਅਭਿਆਸ ਵਾਲੀ ਵੀ ਨਾਲ। ਫਿਰ ਇਹ ਜਿਹੜਾ ਹੈ ਕਥਾ ਜਿਹੜੀਆਂ ਲੜੀਵਾਰ ਜੋ ਵੀ ਕੋਈ ਹੈ ਮਾਲਕ ਕਿਰਪਾ ਕਰਦਾ, ਤੇ ਆਪਾਂ ਤੋਂ ਤਾਂ ਹੁਣ ਸਾਤੋਂ ਤਾਂ ਉਨਾ ਹੁੰਦਾ ਨਹੀਂ ਹੈ। ਇਸ ਕਰਕੇ ਜਿੰਨਾ ਜਿਹੜੇ ਫਿਰ ਕਰ ਲੈਂਦੇ ਨੇ ਅਭਿਆਸ ਮਾਲਕ ਦੀ ਕਿਰਪਾ ਨਾਲ, ਫਿਰ ਉਹ ਕਥਾ ਦਾ ਅਸਰ ਵੀ ਹੈ। ਨਹੀਂ ਤਾਂ ਹੁਣ ਅਸਰ ਦੇਖ ਲਓ ਐਸਾ ਵੈਸਾ ਹੀ ਹੈ। ਬਹੁਤ ਆ ਵਿੱਚ ਨੌਜਵਾਨ ਇਹ ਤਾਂ ਜੀ ਫਲਾਣੇ ਪ੍ਰਚਾਰਕ ਨੂੰ ਸੁਣਦੇ ਆ, ਉਹ ਸੱਚੀ ਸੁਣਾਉਂਦਾ, ਇਹ ਜੀਵਨ ਕੀ ਹੈ ਤੁਹਾਡਾ? ਇਹਦਾ ਮਤਲਬ ਹੈ ਨਾ ਤਾਂ ਉਹਦਾ ਜੀਵਨ ਹੈ ਤੇ ਨਾ ਸੁਣਨ ਦੇ ਅਸਰ ਕੋਈ ਜੀਵਨ ਹੋਇਆ। ਉਹ ਕੀ ਹੈ, 2 ਮਿੰਟ ਦੀ 3 ਮਿੰਟ ਦੀ 4 ਮਿੰਟ ਦੀ ਗੱਲ ਜੀ ਸੁਣ ਲਈ, ਤੇ ਫਿਰ ਉਹਦੇ ਨਾਲ ਕੀ ਹੁੰਦਾ, ਕਈ ਜਗ੍ਹਾ ਜਾਈਦਾ ਸਮਾਗਮ ਵਿੱਚ ਕਹਿੰਗੇ ਜੀ ਤੁਸੀਂ 20 ਮਿੰਟ ਬੋਲੋ, 10 ਮਿੰਟ, 10 ਮਿੰਟ ਸਾਤੋਂ ਤਾਂ ਭਾਈ ਨਹੀਂ ਕਹੇ ਹੁੰਦਾ, 10 ਮਿੰਟ ਕੀ ਕਹੂ ਕੋਈ, ਦੱਸੋ ਕਿਹੜੀ ਗੱਲ ਹੈ ਜਿਹੜੀ 5-7 ਦਾ। ਤਾਂ ਫਿਰ ਇਸ ਕਰਕੇ ਹੁਣ ਇਹ ਬਣ ਗਈਆਂ ਖੇਡਾਂ ਜੀਆਂ, ਐਵੇਂ ਜਗਤ ਤਮਾਸ਼ੇ ਜੇ ਬਣਾਈ ਜਾਂਦੀ ਹੈ ਦੁਨੀਆ, ਜਾਂ ਬਹੁਤਾ ਹੁਣ ਆਮ ਵੀ ਹੈ ਕਥਾ ਕੀਰਤਨ ਲੋਕਾਂ ਦੇ ਸਮਾਗਮ ਹੁੰਦੇ ਆ,
ਉੱਥੇ ਵੀ ਸੁਰਤੀ ਬਿਰਤੀ ਕੋਈ ਸੁਣਨ ਵਾਲੀ ਘੱਟ ਹੀ ਹੈ। ਬਹੁਤਿਆਂ ਦਾ ਤਾਂ ਮਨ ਹੁੰਦਾ ਚੱਲ ਘੰਟਾ ਖੜਕਾ ਦੜਕਾ ਹੀ ਹੋਊ, ਰੌਣਕ ਜੀ ਲੱਗ ਜੂ, ਕੀਰਤਨ ਕਥਾ ਕਰ ਦਿਓ, ਰੌਣਕ ਮੇਲਾ ਪਾਲਦੀ ਹੈ ਦੁਨੀਆ। ਇਸ ਕਰਕੇ ਇੱਥੇ ਗਧੇ ਦਾ ਵੀ ਮੁੱਲ ਉਹੀ ਹੈ, ਘੋੜੇ ਦਾ ਵੀ ਮੁੱਲ ਉਹੀ ਹੈ। ਸੰਸਾਰ ਨੂੰ ਕੋਈ ਮਤਲਬ ਨਹੀਂ, ਕੋਈ ਕਦਰ ਨਹੀਂ ਕਿਸੇ ਦੀ। ਖਾਸ ਕਰਕੇ ਆਪਣੇ ਤਾਂ ਦੇਖ ਲਓ, ਗੁਰਮੁਖ ਵਿਦਵਾਨਾਂ ਦੀ ਕੋਈ ਕਦਰ ਨਹੀਂ ਹੈ। ਗੁਰੂ ਸਾਹਿਬ ਹੀ ਮਾਲਕ ਮਿਹਰ ਕਰਦੇ ਆ, ਸਤਿਗੁਰੂ ਕਿਰਪਾ ਕਰਦੇ ਨੇ। ਤੋ ਕਹਿਣ ਦਾ ਭਾਵ ਹੈ ਕਿ ਜਿਹੜਾ ਅੰਤਰੀਬ ਹੈ ਨਾ, ਇਹ ਵੀ ਭਾਵਨਾ ਗੁਰੂ ਮਹਾਰਾਜ ਤੇ ਹੋਵੇ। ਹੁਣ ਅਸੀਂ ਭਰੇ ਪਏ ਆ ਤਰਕਾਂ ਦੇ, ਤੇ ਫਿਰ ਉਹ ਸ਼ਾਂਤੀ ਨਾ ਆਪਦੇ ਮਨ ਨੂੰ ਹੈ, ਤੇ ਜਦੋਂ ਕਿਸੇ ਨੂੰ ਕੋਈ ਗੱਲ ਸੁਣਾਉਣੀ ਹੈ ਨਾ ਸੁਣਨ ਵਾਲਿਆਂ ਦੇ ਮਨ ਨੂੰ ਸ਼ਾਂਤੀ ਹੈ। ਇਸ ਕਰਕੇ ਸਤਿਗੁਰੂ ਉੱਤੇ ਤਾਂ ਜਿੰਨੀ ਭਾਵਨਾ ਸ਼ਰਧਾ ਕੋਈ ਧਾਰਨ ਕਰ ਲੂ, ਉਨਾ ਹੀ ਗੁਰਮੁਖੋ ਮਿਹਰਾਂ ਹੁੰਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੁਨ ਸ੍ਰੀ ਹਰਗੋਬਿੰਦ ਬਖਾਨਾ, ਅੰਮ੍ਰਿਤ ਸਤਿਗੁਰ ਸ਼ਬਦ ਮਹਾਨਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਐ ਭਾਈ ਗੁਰ ਸਿੱਖੋ, ਭਾਈ ਮਨਸਾ, ਭਾਈ ਤੁਲਸੀਆ, ਭਾਈ ਤਖਤੂ, ਭਾਈ ਤੀਰਥ ਉੱਪਲ ਜੀ, ਵੀ ਤੁਸੀਂ ਭਾਈ ਨਿਵਲੇ ਤੇ ਨਿਹਾਲੂ ਦੀ ਗੱਲ ਕੀਤੀ ਹੈ ਕਿ ਉਹ ਜਦੋਂ ਕਥਾ ਸੁਣਾਉਂਦੇ ਆ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿਹੜਾ ਗੁਰੂ ਦਾ ਸ਼ਬਦ ਹੈ ਅੰਮ੍ਰਿਤ ਸਮਾਨ ਹੈ, ਬਹੁਤ ਮਹਾਨ ਹੈ। ਬਕਤਾ ਮਹਿ 14 ਗੁਣ ਹੋਏ। ਪਰ ਜਿਹੜਾ ਵਕਤਾ ਹੈ ਨਾ, ਕਥਾ ਕਰਨ ਵਾਲਾ ਹੈ, ਉਪਦੇਸ਼ਕ ਹੈ, ਉਹਦੇ ਵਿੱਚ 14 ਗੁਣ ਹੋਣ। ਗਿਆਨ ਪਾਏ ਤਿਸ ਤੇ ਸੁਨ ਕੋਏ। ਉਹ ਤੋਂ ਫਿਰ ਕੋਈ ਸੁਣੇ ਨਾ ਉਪਦੇਸ਼, ਤਾਂ ਸੁਣਨ ਵਾਲੇ ਨੂੰ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਿਮ ਸਰੋਤੇ ਮਹਿ 14 ਗੁਣ ਹੈ। ਇਸੇ ਤਰ੍ਹਾਂ ਹੀ ਸਰੋਤਾ, ਸਰੋਤੇ ਵਿੱਚ ਵੀ 14 ਗੁਣ ਹੁੰਦੇ। ਸਰੋਤਾ ਜਿਹੜਾ ਹੈ ਉਹ ਗੁਣਵਾਨ ਹੋਵੇ, ਇਹ ਗੁਣ ਹੋਣ ਆਪਣੇ ਅੰਦਰ ਪੈਦਾ ਕਰਨੇ। ਇਹ ਨਹੀਂ ਹੁੰਦਾ ਵੀ ਐਵੇਂ ਟਾਈਮ ਪਾਸ। ਤੇ ਇਹ ਗੁਣ ਜਿਹੜੇ ਆ, ਜਿੱਥੇ ਵਕਤੇ ਦੇ 14 ਹੈ, ਉੱਥੇ ਭਾਈ ਸਰੋਤੇ ਦੇ ਵੀ 14 ਹਨ। ਤੁਰਤ ਗਿਆਨ ਪਾਏ ਜੇ ਸੁਨ ਹੈ। ਜੇ ਸੁਣਨ ਵਾਲੇ ਚ ਵੀ ਸਰੋਤੇ ਚ ਵੀ 14 ਗੁਣ ਹੋਣ, ਉਹ ਵੀ ਫਿਰ ਜਿਹੜਾ ਜਦੋਂ ਸੁਣੂ ਕੁਝ ਤੁਰੰਤ ਗਿਆਨ ਦੀ ਪ੍ਰਾਪਤੀ ਕਰੇਗਾ। ਜੋ ਗੁਣ ਹੋਏ ਨਾ ਦੋਨੋਂ ਮਾਹੀ। ਹੁਣ ਜੇ ਦੋਨਾਂ ਵਿੱਚ ਗੁਣ ਨਾ ਹੋਣ, ਜੇ ਹੁਣ ਗੁਰਮੁਖੋ ਵਕਤੇ ਵਿੱਚ ਗੁਣ ਹੈਗੇ ਆ, ਸਰੋਤੇ ਚ ਹੈ ਨਹੀਂ, ਫਿਰ ਵੀ ਗੱਲ ਨਹੀਂ ਬਣਨੀ। ਜੇ ਸਰੋਤੇ ਚ ਗੁਣ ਹੈਗੇ, ਮੂਹਰੇ ਵਕਤੇ ਵਿੱਚ 14 ਹੈ ਨਹੀਂ, ਫਿਰ ਵੀ ਔਖਾ ਹੈ। ਜੋ ਗੁਣ ਹੋਏ ਨਾ ਦੋਨੋਂ ਮਾਹੀ। ਜੇ ਭਾਈਓ ਦੋਨਾਂ ਵਿੱਚ ਗੁਣ ਹੀ ਨਾ ਹੋਣ, ਤੂਰਨ ਗਿਆਨ ਸੁ ਪ੍ਰਾਪਤ ਨਾਹੀ। ਤਾਂ ਭਾਈ ਤੁਰੰਤ ਗਿਆਨ ਪ੍ਰਾਪਤ ਨਹੀਂ ਹੁੰਦਾ। ਜੇ ਇੱਕ ਬਕਤਾ ਮਹਿ ਭੀ ਹੋਏ। ਜੇ ਹੁਣ ਮਹਾਰਾਜ ਕਹਿੰਦੇ ਇੱਕ ਬਕਤੇ ਵਿੱਚ ਵੀ 14 ਗੁਣ ਹੋਣ, ਸਰੋਤਾ ਕੋ ਪ੍ਰਾਪਤ ਸੁਨ ਸੋਏ। ਤੇ ਸਰੋਤੇ ਨੂੰ ਭਾਈਓ ਸੁਣ ਕੇ ਪ੍ਰਾਪਤ ਹੁੰਦਾ ਹੈ। ਬੂਝਨ ਕਰੇ ਗੁਰੂ ਗੁਣ ਜੇਈ। ਤਾਂ ਸਤਿਗੁਰੂ ਨੂੰ ਪੁੱਛਦੇ ਹਨ ਗੁਰਸਿੱਖ ਮਹਾਰਾਜ ਜਿਹੜੇ ਗੁਰੂ ਸਾਹਿਬ ਜੀ, 14 ਤੁਸੀਂ ਗੁਣ ਦੱਸੇ ਹਨ। ਹਮ ਕੋ ਬਾਰਨ ਸੁਨਾਵੋ ਤੇਈ। ਕਿਰਪਾ ਕਰਕੇ ਹੁਣ ਮਹਾਰਾਜ ਜੀ ਫਿਰ ਉਹ ਵੀ ਸਾਨੂੰ ਵਰਣਨ ਕਰਕੇ ਦੱਸੋ ਜੀ। ਕਿਰਪਾ ਕਰੋ ਸੇਵਕ ਨਿਜ ਜਾਨ। ਸਾਨੂੰ ਆਪਣੇ ਸੇਵਕ ਜਾਣ ਕੇ ਮਹਾਰਾਜ ਜੀ ਕਿਰਪਾ ਕਰੋ। ਭਿੰਨ ਭਿੰਨ ਅਬ ਕਰੋ ਬਖਾਨ। ਤਾਂ ਮਹਾਰਾਜ ਵੱਖਰੇ ਵੱਖਰੇ ਸਰੋਤੇ ਦੇ ਕਿਹੜੇ, ਵਕਤੇ ਦੇ ਕਿਹੜੇ ਐ, ਉਹ ਸਤਿਗੁਰੂ ਜੀ ਬਖਿਆਨ ਕਰੋ। ਤਬ ਸ੍ਰੀ ਹਰਗੋਬਿੰਦ ਸੁਨਾਏ। ਤਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫਿਰ ਇਹ ਗੁਣ ਸੁਣਾਏ ਹਨ। ਸੁਨੋ ਸਿੱਖ ਧਾਰੋ ਸਮੁਦਾਏ।
ਮਹਾਰਾਜ ਕਹਿੰਦੇ, ਹੇ ਗੁਰ ਸਿੱਖੋ ਸੁਣੋ ਭਾਈ, ਸਾਰੇ ਧਾਰਨ ਕਰੋ। ਪ੍ਰਥਮ ਰਾਗ ਮਈ ਸੁੰਦਰ ਬਾਨ। ਪ੍ਰਥਮ ਤਾਂ ਸਭ ਤੋਂ ਪਹਿਲਾ ਹੈ ਜਿਹੜਾ ਰਾਗਮਈ ਸੋਹਣਾ ਸੁੰਦਰ ਬਾਨ, ਭਾਵ ਜਿਹੜੀ ਬੋਲੀ ਹੈ, ਬੋਲ ਹੈ, ਆਵਾਜ਼ ਹੈ, ਉਹ ਸੋਹਣੀ ਹੋਵੇ। ਜੇ ਹੁਣ ਉਸ ਤਰ੍ਹਾਂ ਦੀ ਹੁਣ ਭਾਈ ਆਵਾਜ਼ ਹੀ ਨਹੀਂ ਕੋਈ ਵਕਤੇ ਦੀ ਨਿਕਲਦੀ, ਕਈ ਹੁੰਦਾ ਹੁਣ ਮੇਰੇ ਅਗਾ ਪਾਟੇ ਵਾਂਗ ਬੋਲਦਾ, ਉਹ ਜਿਹਾ ਗਾਹਾਂ ਸੁਣਨ ਤੇ ਅਸਰ ਪੈਣਾ। ਇਹਦੇ ਚ ਵੀ ਕਿਰਪਾ ਵੀ ਗੁਣ ਹੋ ਜਾਂਦਾ ਹੈ। ਬ੍ਰਿੰਦ ਸ਼ਬਦ ਕੇ ਪਦ ਕੋ ਜਾਨੇ, ਜਾਂ ਪ੍ਰਥਮ ਰਾਗ ਮਈ ਸੁੰਦਰ ਬਾਨੀ। ਪਹਿਲਾਂ ਤੇ ਭਾਈ ਜਿਹੜੀ ਇਹ ਰਾਗਮਈ ਸੋਹਣੀ ਸੁੰਦਰ ਬਾਣੀ ਹੈ। ਬ੍ਰਿੰਦ ਸ਼ਬਦ ਕੇ ਪਦ ਕੋ ਜਾਨੀ, ਫਿਰ ਜਿਹੜੇ ਸ਼ਬਦ ਹਨ ਸਾਰੇ ਸ਼ਬਦਾਂ ਦੇ ਪਦਾਂ ਨੂੰ ਜਾਣਦਾ ਵੇ। ਪਦ ਅਰਥ ਕਿ ਆਹ ਪਦ ਦਾ ਅਰਥ ਕੀ ਹੈ, ਇੱਥੇ ਇਸ ਪਦ ਦਾ ਅਰਥ ਕੀ ਬਣ ਜਾਣਾ ਹੈ। ਜਿਵੇਂ ਪਤ ਸ਼ਬਦ ਹੈ, ਵੇ ਦੇਖੇ ਵੀ ਸ਼ਬਦ ਵਿੱਚ ਪਤ ਦਾ ਅਰਥ ਕੀ ਬਣੂ। ਪਤ ਦਾ ਅਰਥ ਪਤੀ ਵੀ ਬਣ ਗਿਆ, ਪਤ ਦਾ ਅਰਥ ਇੱਜ਼ਤ ਵੀ ਬਣ ਗਿਆ, ਪਤ ਦਾ ਅਰਥ ਪੱਤੇ ਵੀ ਹੋ ਗਏ ਦਰਖਤ ਦੇ। ਇਸ ਤਰ੍ਹਾਂ ਜਿਹੜਾ ਹੈ ਬਾਕੀ ਸ਼ਬਦਾਂ ਦੇ ਮੇਰੋ ਪਦ ਅਰਥ ਕਹਿੰਦੇ ਨੇ ਉਹਨਾਂ ਨੂੰ। ਕਿਸੇ ਵੀ ਸ਼ਬਦ ਦਾ ਪਦ ਅਰਥ ਜਾਣਨਾ ਇੱਥੇ ਕੀ ਹੈ, ਉਹ ਸਾਰਾ ਹੁਣ ਜਿਵੇਂ ਗੁਰਬਾਣੀ ਵਿੱਚ ਗਲੀ ਸ਼ਬਦ ਆ ਗਿਆ, ਉੱਥੇ ਹੁਣ ਪ੍ਰਕਰਨ ਦੇਖਣਾ ਕਿ ਇਹਦਾ ਪਦ ਅਰਥ ਕੀ ਬਣੂ। ਗਲੀ ਹੈ ਕਿ ਗਲੀ ਹੈ, ਆਪਾਂ ਕਹਿੰਦੇ ਫਲਾਣੀ ਗਲੀ ਰਸਤਾ, ਤੇ ਇਸ ਤਰ੍ਹਾਂ ਗਲੀ ਗਲ ਵੀ ਆ ਗਿਆ। ਗਲੀ ਜਿਨ੍ਹਾਂ ਜਪ ਮਾਲੀਆਂ, ਹੁਣ ਉੱਥੇ ਗਲੀ ਬੋਲਣਾ ਪਊ। ਤੇ ਜਾਂ ਕਿਤੇ ਆ ਗਿਆ ਗੱਲੀ ਜੋਗ ਨਾ ਹੋਈ, ਜਿਹੜਾ ਜਿਵੇਂ ਇੱਕ ਸ਼ਬਦ ਆਉਂਦਾ ਹੈ ਕਿ ਮੋਹਨ ਕਿਤ ਮਿਲੇ ਕਿਤ ਗਲੀ, ਇਸ ਤਰ੍ਹਾਂ ਆਉਂਦਾ ਹੈ ਬਾਣੀ ਪੰਗਤੀ ਆਉਂਦੀ ਹੈ, ਕਿਹੜੇ ਰਸਤੇ ਮਿਲੇ ਪਰਮੇਸ਼ਰ। ਇਸ ਤਰ੍ਹਾਂ ਜਿਹੜਾ ਹੈ ਮਹਾਰਾਜ ਕਹਿੰਦੇ ਸ਼ਬਦ ਦੇ ਜਿੰਨੇ ਵੀ ਭਾਈ ਬ੍ਰਿੰਦ ਸ਼ਬਦ ਕੇ, ਸਾਰੇ ਸ਼ਬਦਾਂ ਦੇ ਜਿਹੜੇ ਪਦ ਹਨ ਉਹਨਾਂ ਨੂੰ ਜਾਣਦਾ ਹੋਵੇ, ਪਦ ਅਰਥ ਦਾ ਪਤਾ ਹੋਵੇ। ਸਰੋਤੇ ਜਿਤੇ ਤਿਤੀ ਧੁਨ ਕਰੈ। ਫਿਰ ਭਾਈ ਇਹ ਹੈ ਕਿ ਇਹਦੇ ਵਿੱਚ ਗੁਣ ਹੋਣਾ ਚਾਹੀਦਾ ਹੈ ਕਿ ਜਿੰਨੇ ਕੁ ਸਰੋਤੇ ਨੇ ਉਸ ਢੰਗ ਦੀ ਆਵਾਜ਼ ਕਰੇ। ਇਹ ਨਹੀਂ ਹੁੰਦਾ, ਹੁਣ ਤਾਂ ਸਾਧਨ ਹੋ ਗਏ ਨਾ, ਸਾਊਂਡ ਸਿਸਟਮ ਹੋ ਗਿਆ, ਤੇ ਕਈ ਵਾਰ ਕਈਆਂ ਨੂੰ ਆਦਤ ਬਹੁਤ ਉੱਚੀ ਜਿਹੜਾ ਹੈ ਉਹ ਬੋਲਣਾ। ਹੁਣ ਮੰਨ ਲਓ ਸੁਣਨ ਵਾਲੇ ਤਾਂ 5-4 ਕੋਲੇ ਬੈਠੇ, ਤੇ ਉਹ ਇੰਨੀ ਉੱਚੀ ਬੋਲਦਾ ਬਹੁਤ ਦੂਰੋਂ, ਫਿਰ ਕਹਿੰਦੇ ਵੀ ਆਪਾਂ ਕੋਲੇ ਹੀ ਸੁਣਾਉਣੀ ਹੈ ਗੱਲ। ਹੁਣ ਤਾਂ ਚਲੋ ਸਾਊਂਡ ਆ, ਹੁਣ ਤਾਂ ਬਹੁਤ ਉਹ ਕਹਿੰਦੇ ਜੀ ਥੋੜੀ ਤੇਜ਼ ਰੱਖਿਆ ਕਰੋ, ਪਹਿਲਾਂ ਘੱਟ ਕਰ ਦਿੰਦਾ ਸੀ ਬਾਹਰਲਾ। ਕਈ ਹੁਣ ਬਾਰ-ਬਾਰ ਫਿਰ ਅਸੀਂ ਘਰੇ ਸੁਣ ਲੈਂਦੇ ਹਾਂ। ਮੈਂ ਘਰੇ ਤਾਂ ਠੀਕ ਹੈ, ਕੰਮ ਵਾਲਾ ਤਾਂ ਵੱਖਰੀ ਗੱਲ ਹੈ। ਕੀ ਵਿਹਲੇ ਕਹਿਣਗੇ ਘਰੇ ਸੁਣਦੇ ਵੀ ਮਹਾਰਾਜ ਕੋਲੇ ਆ ਜਾ ਕਰੋ ਭਾਈ। ਫਿਰ ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਓਨੀ ਕੁ ਸਰੋਤੇ ਜਿਤੇ ਤਿਤੀ ਧੁਨ ਕਰੈ। ਜਿੰਨੇ ਕੁ ਸਰੋਤੇ ਹਨ ਉਹਨਾਂ ਕੁ ਜਿਹੜਾ ਹੈ ਧੁਨ, ਉਹਨਾਂ ਕੁ ਸ਼ਬਦ ਉਹਨੂੰ ਕਰਨਾ ਚਾਹੀਦਾ ਹੈ। ਉਨੀ ਕੁ ਜਿਹੜੀ ਹੈ ਆਵਾਜ਼ ਭਾਈ ਉਹਦੇ ਅੰਦਰੋਂ ਹੋਵੇ। ਜਿੰਨਾ ਵੀ ਕੋਈ ਹੁਣੇ ਮਾਲਕ ਨੇ ਸਾਰਿਆਂ ਨੂੰ ਜਿਹੇ ਜੀ ਚਲੋ ਕੋਈ ਆਵਾਜ਼ ਪਰਮੇਸ਼ਰ ਨੇ ਬਖਸ਼ੀ ਹੈ, ਉਨੀ ਕੁ ਧੁਨ ਉਹ ਕਰੇ। ਛੰਦ ਧਾਰਨਾ ਜਿਮ ਤਿਮ ਪਰੈ। ਫਿਰ ਭਾਈ ਛੰਦ ਧਾਰਨ ਜਿਮ ਤਿਮ, ਜਿਵੇਂ ਤਿਵੇਂ ਵੀ ਹੈ ਜਿਹੜੀ ਛੰਦਾਬੰਦੀ ਹੈ ਉਹਦਾ ਵੀ ਜਿਹੜਾ ਹੁੰਦਾ ਕਿ ਛੰਦ ਧਾਰਨਾ ਜਸ ਆਪਣੇ ਅੰਦਰ ਜਿਮ ਤਿਮ ਪਰੈ। ਛੰਦ ਦਾ ਅਰਥ ਆ ਗਿਆ ਜਸ ਮਹਿਮਾ। ਇਹ ਜਿਹੜੀ ਹੈ ਜਿਵੇਂ ਤਿਵੇਂ ਵੀ ਉਹ ਜਿਹੜਾ ਜਸ ਦੀ ਭਾਵਨਾ ਹੈ ਮਨ ਦੇ ਵਿੱਚ, ਛੰਦ ਧਾਰਨਾ ਜਿਮ ਤਿਮ ਪਰੈ, ਜਿਵੇਂ ਤਿਵੇਂ ਵੀ ਹੈ ਉਹ ਜਸ ਜਿਸ ਤਰ੍ਹਾਂ ਦਾ ਵੀ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਦੂਜੇ ਹੋਏ ਬ੍ਰਿਤ ਅਧਿਕ ਪ੍ਰਕਾਸ਼ੀ। ਤੇ ਦੂਜਾ ਭਾਈ ਜਿਹੜੀ ਬਿਰਤੀ ਹੈ ਉਹ ਬਹੁਤ ਪ੍ਰਕਾਸ਼ਵਾਨ ਹੋਵੇ। ਜਿਹੜੀ ਬਖਤੇ ਦੀ ਬਿਰਤੀ ਹੈ
ਉਹਦੇ ਵਿੱਚ ਖੁਦ ਉਸ ਨੂੰ ਪ੍ਰਕਾਸ਼ ਹੋਵੇ, ਚਾਨਣ ਹੋਵੇ। ਦੂਜੇ ਹੋਏ ਬ੍ਰਿਤ ਅਧਿਕ ਪ੍ਰਕਾਸ਼ੀ। ਲਖ ਹੈ ਕਿ ਜਿਸ ਥਲ ਸਰਸ ਪ੍ਰਕਾਸ਼ੀ। ਇਉਂ ਜਾਣੇ ਵੀ ਜਿਸ ਜਗ੍ਹਾ ਤੇ ਬਹੁਤ ਹੀ ਇਉਂ ਥਲ ਸਰਸ, ਜਿੱਥੇ ਸਰਸ ਦਾ ਭਾਵ ਹੈ ਬਹੁਤ ਜ਼ਿਆਦੇ, ਅਧਿਕ ਜਾਂ ਉਹ ਪ੍ਰਕਾਸ਼ ਹੈ। ਲਖੈ ਇਹ ਜਾਣੇ ਕਿ ਜੋ ਜਿਸ ਵੀ ਥਲ ਤੇ ਹੈ ਸਾਰੇ ਉਸ ਪ੍ਰਮਾਤਮਾ ਦਾ ਹੀ ਪ੍ਰਕਾਸ਼ ਹੈ। ਠਹਿਰੈ ਬ੍ਰਿਤ ਸਰੋਤਾਨ ਉਦਾਰਾ। ਤੇ ਇਉਂ ਜਿਹੜਾ ਫਿਰ ਬਿਰਤੀ ਹੈ ਨਾ, ਉਹ ਸਰੋਤੇ ਦੀ, ਸੁਣਨ ਵਾਲੇ ਦੀ ਜਿਹੜੀ ਬਿਰਤੀ ਹੈ ਫੇਰ ਹੀ ਉੱਥੇ ਟਿਕੇਗੀ। ਮਹਾਨ ਭਾ ਬਹੁਤੀ ਫੇਰ ਹੀ ਭਾਈ ਟਿਕ ਸਕਦੀ ਹੈ। ਤਹਾਂ ਸੋ ਕਰਹਿ ਅਰਥ ਵਿਸਥਾਰਾ। ਹੁਣ ਆਪ ਨੂੰ ਗਿਆਨ ਹੈ। ਦੇਖੋ, ਸੁਣਨ ਵਾਲਾ ਜਿਹੜਾ ਵਕਤੇ ਦੇ ਵਿੱਚ ਹੀ ਗੁਣ ਹੋਣਾ ਚਾਹੀਦਾ ਹੈ, ਉਹ ਸਰੋਤੇ ਦੀ ਭਾਵਨਾ ਨੂੰ ਵੀ ਸਮਝੇ। ਹੁਣ ਇੱਕ ਜਿਹੜਾ ਸਰੋਤਾ ਹੈ ਉਹਦੀ ਹਜੇ ਭਾਵ ਉਨੀ ਪਹੁੰਚ ਹੀ ਨਹੀਂ, ਤੇ ਉਹਨੂੰ ਬਹੁਤੀਆਂ ਡੂੰਘੀਆਂ ਗੱਲਾਂ ਵਿਸਥਾਰ ਦੀਆਂ ਕਰਨ ਲੱਗ ਜਾਓ, ਕਹਿੰਦਾ ਆਪਣੇ ਪੱਲੇ ਨਹੀਂ ਪੈਂਦੀਆਂ, ਇਹ ਕੀ ਗੱਲਾਂ ਨੇ। ਇਹ ਵੀ ਜਿਹੜਾ ਵਕਤ ਹੈ ਉਹਦੇ 'ਚ ਗੁਣ ਹੋਣਾ ਚਾਹੀਦਾ ਹੈ। ਉਹ ਸਰੋਤਿਆਂ ਦੀ ਬਿਰਤੀ ਨੂੰ ਪਛਾਣੇ ਕਿ ਇਹ ਗ੍ਰਾਹਕ ਕਿਸ ਗੱਲ ਦੇ ਹੈ। ਉਸ ਹਿਸਾਬ ਨਾਲ ਜਿਹੜਾ ਹੈ ਫਿਰ ਉਹ ਬਾਤ ਕਰੇ। ਇਹ ਜਾਣਾ ਜਿਹੜਾ ਹੁਣ ਜਿਵੇਂ ਅੰਦਰ ਉਹਦੇ ਬਹੁਤਾ ਪ੍ਰਕਾਸ਼ ਹੈ ਬਿਰਤੀ ਵਿੱਚ। ਲਖਿਆ ਕਿ ਜਿਸ ਥਲ ਸਰਸ ਪ੍ਰਕਾਸ਼ੀ। ਹੁਣ ਜਿਸ ਜਗ੍ਹਾ ਤੇ ਜਿੱਥੇ ਕੋਈ ਬਹੁਤਾ ਵਿਸਥਾਰ ਕਰਨਾ ਹੈ, ਗੱਲ ਕਰਨੀ ਹੈ, ਪ੍ਰਕਾਸ਼ ਉਹਨੇ ਕਿ ਜਾਣ ਲਈ। ਠਹਿਰੈ ਬ੍ਰਿਤ ਸਰੋਤਾਨ ਉਦਾਰਾ। ਤਾਂ ਸਰੋਤੇ ਦੇ ਅੰਦਰ ਬਿਰਤੀ ਵਿੱਚ ਉਹ ਭਾਈ ਬਹੁਤਾ ਟਿਕ ਜਾਵੇਗੀ। ਜਿੰਨੀ ਕੁ ਜਾਂ ਕਹੀਏ ਜਿੰਨੀ ਕੁ ਉਦਾਰ ਮਹਾਨ ਸਰੋਤੇ ਵਿੱਚ ਗੱਲ ਟਿਕ ਸਕਦੀ ਹੈ, ਤਹਾਂ ਸੋ ਕਰੈ ਅਰਥ ਵਿਸਥਾਰਾ। ਉੱਥੇ ਤੱਕ ਉਹ ਸ਼ਬਦ ਅਰਥ ਵਿਸਥਾਰ ਕਰੇ। ਵਿਆਖਿਆ ਜਿਹੜੀ ਹੈ ਵੀ ਉਹਨਾਂ ਕੁ ਵਿਸਥਾਰ ਕਰੇ ਜਿੰਨੀ ਕੁ ਉਹਦੇ ਪੱਲੇ ਗੱਲ ਪੈ ਜੇ। ਜੇ ਉਹੀ ਸਿਰ ਤੋਂ ਦੀ ਤਾਹਾਂ ਤੋਂ ਦੀ ਲੰਘੀ ਗਈਆਂ ਫਿਰ ਕੀ ਗੱਲ ਹੋਊ। ਇਸ ਕਰਕੇ ਇਹ ਵੀ ਸਮਝਣ ਵਾਲਾ ਹੋਵੇ। ਜਿਸ ਥਲ ਹੋਵੇ ਬ੍ਰਿਤੀ ਉਦਾਸ। ਤੇ ਜਦੋਂ ਸਰੋਤੇ ਵਕਤੇ ਵਿੱਚ ਗੁਣ ਹੋਣਾ ਚਾਹੀਦਾ, ਉਹ ਵੇਖੇ ਸਰੋਤਿਆਂ ਦੇ ਵੱਲ ਕਿ ਜਿੱਥੇ ਦੇਖਿਆ ਵੀ ਇਹਨਾਂ ਦੀ ਬਿਰਤੀ ਜਿਹੜੀ ਹੈ ਹੁਣ ਉਦਾਸ ਹੋਣ ਲੱਗੀ, ਇਦੋਂ ਗਾਹਾਂ ਹੁਣ ਇਹਦੇ ਗੱਲ ਪੱਲੇ ਨਹੀਂ ਪੈਂਦੀ। ਜਿਸ ਜਗ੍ਹਾ ਤੇ ਬਿਰਤੀ ਜਿਹੜੀ ਹੈ ਉਦਾਸ ਹੋਵੇ ਸਰੋਤੇ ਦੀ, ਤਹ ਸਛੇਪ ਹੀ ਕਰੈ ਪ੍ਰਕਾਸ਼। ਉੱਥੇ ਫਿਰ ਉਹਨੂੰ ਸੰਖੇਪ ਹੀ ਪ੍ਰਕਾਸ਼ ਕਰਨਾ ਚਾਹੀਦਾ, ਸੰਖੇਪ ਹੀ ਵਿਆਖਿਆ ਗੱਲ ਕਰਨੀ ਚਾਹੀਦੀ ਹੈ। ਬ੍ਰਿਤ ਪ੍ਰਿਯ ਕਥਾ ਕਰੇ ਪ੍ਰਸਥਾਵ। ਜਿਹੜੀ ਬਿਰਤੀ ਹੈ ਪ੍ਰੇਮ ਸਹਿਤ, ਬਿਰਤੀ ਦੇ ਵਿੱਚ ਜਿਹੜਾ ਵਕਤਾ ਹੈ ਉਹਦੇ ਅੰਦਰ ਆਪਦੇ ਵੀ ਪ੍ਰੇਮ ਹੋਵੇ, ਭਾਵਨਾ ਹੋਵੇ। ਇਸ ਤਰ੍ਹਾਂ ਕਥਾ ਦਾ ਪ੍ਰਸਤਾਵ ਕਰੇ। ਇਹੋ ਚਤਰਥ ਗੁਣ ਲਖੋ ਸੁਭਾਵ। ਇਹ ਭਾਈ ਵਕਤੇ ਦੇ ਸੁਭਾਅ ਦਾ ਚੌਥਾ ਗੁਣ ਜਾਣ ਲਓ। ਮਦਰ ਗਿਰਾਇਸ ਕਰੈ ਉਚਾਰੀ। ਫਿਰ ਬਹੁਤ ਮਿੱਠੀ ਬਾਣੀ ਇਸ ਤਰ੍ਹਾਂ ਉਚਾਰੇ, ਭਾਵ ਬੜੇ ਪਿਆਰ ਦੇ ਨਾਲ ਮਿੱਠੇ ਬੋਲ ਬੋਲ ਕਰਕੇ। ਜਿਸ ਤੇ ਸਭ ਕੋ ਲਾਗਸ ਪਿਆਰੀ। ਜਿਹਦੇ ਨਾਲ ਸਾਰਿਆਂ ਨੂੰ ਗੱਲ ਪਿਆਰੀ ਲੱਗੇ। ਪੰਚਮ ਸਾਚ ਬਚਨ ਕੋ ਕਹੈ। ਤੇ ਪੰਜਵਾਂ ਹੈ ਕਿ ਬਚਨ ਜਿਹੜੇ ਕਰਨੇ ਆ ਉਹ ਸੱਚ ਕਹੇ। ਸੱਚ ਭਾਵ ਹੁੰਦਾ ਕਈ ਵਾਰ ਐਵੇਂ ਆਪਦੇ ਕੋਲੋਂ ਬਣਾ ਬਣਾ ਕੇ ਜੇ ਗੱਲਾਂ ਛੱਡੀ ਜਾਣੀਆਂ। ਜਾਂ ਕਈਆਂ ਦਾ ਦੇਖਿਆ ਉਹ ਕਥਾ ਕਰਨਗੇ, ਭਾਈ ਅਸੀਂ ਫਲਾਣੇ ਪਿੰਡ ਗਏ, ਉੱਥੇ ਆਏ ਹੋਇਆ, ਟਮਕਾਣੇ ਗਏ ਆਏ ਹੋਇਆ, ਫਿਰ ਮੈਂ ਬਾਹਰ ਗਿਆ ਉੱਥੇ ਆਏ ਹੋਇਆ। ਉਹ ਆਪਦੀ ਹੀ ਕਥਾ ਕਰੀ ਜਾਂਦੇ, ਐਵੇਂ ਬਸ ਗੱਲ ਨਾ ਕੋਈ ਬਾਤ, ਜਾਂ ਝੂਠ ਬੋਲੀ ਜਾਣਗੇ। ਇੱਕ ਤਾਂ ਮੈਂ ਦੇਖਿਆ ਐਸਾ ਕਈ ਸਾਲ ਪਹਿਲਾਂ, ਇਹ ਤਾਂ ਉਹ ਗੱਲ ਉਹ ਕਥਾ ਵਿਚਾਰ ਕੀਤੀ, ਕਹਾਵੇ ਸੰਤ ਤੇ
ਲੈ ਗਏ ਨਾਲ। ਮੈਂ ਵੀ ਚਲਿਆ ਗਿਆ। ਉਦੋਂ ਤਾਂ ਇੰਨਾ ਗਿਆਨ ਨਹੀਂ ਸੀ, ਨਵੇਂ ਨਵੇਂ ਜੇ ਲੱਗੇ। ਉਹ ਜਾ ਕੇ ਉੱਥੇ ਕਥਾ ਵਿਚਾਰ ਕੀਤੀ, ਦੀਵਾਨ ਲਾਇਆ ਤੇ ਉਹ ਦੇਖਿਆ ਵੀ ਹੁਣ ਇਦੋਂ ਬਾਅਦ ਅਜੇ ਅਰਦਾਸ, ਚਲੋ ਕਿਤੇ ਕੋਈ ਕੰਮ ਹੁੰਦਾ ਹੈ ਜ਼ਰੂਰੀ ਤਾਂ ਪਹਿਲਾਂ ਵੀ ਆਉਣਾ ਪੈਂਦਾ, ਤੇ ਉਹ ਫਿਰ ਵੇਖਿਆ ਇੱਥੇ ਟਾਈਮ ਲੱਗ ਜਾਣਾ। ਹੁਣ ਆਪਾਂ ਆਪਦਾ ਕੰਮ ਕਰ ਲਿਆ ਤੇ ਸਮਾਪਤੀ ਤੇ ਬੋਲਦਾ, ਜੀ ਅਸੀਂ ਇੱਕ ਹੋਰ ਦੀਵਾਨ ਤੇ ਜਾਣਾ। ਤੇ ਚਲੋ ਉੱਥੋਂ ਐਂ ਕਹਿ ਕੇ ਨਿਕਲਿਆ, ਆ ਕੇ ਸੌਂ ਗਿਆ। ਤੇ ਇਹ ਜਿਹੜੀਆਂ ਨੇ ਝੂਠ ਬੋਲੀ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ, ਇਹ ਕੋਈ ਕਥਾ ਥੋੜੋ ਹੈ। ਪਹਿਲੀ ਬਾਤ ਤੇ ਇਹ ਗੱਲਾਂ ਕੋਈ ਬਹੁਤੀਆਂ ਤਾਂ ਹੁਣ ਕਰਨੀ ਪੈਂਦੀ, ਚਲੋ ਗੱਲ ਇਹ ਕੋਈ ਜ਼ਰੂਰਤ ਨਹੀਂ ਇਹਨਾਂ ਗੱਲਾਂ ਦੀ। ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਜਿਹੜਾ ਹੈ ਇਹ ਸੱਚ ਹੈ। ਇਸ ਕਰਕੇ ਭਾਈ ਐਵੇਂ ਕੋਈ ਕੁਫਰ ਨਾ ਤੋਲੇ, ਸੱਚ ਬਚਨ ਕਹੇ, ਕਰਮ ਉਪਾਸ ਗਿਆਨ ਕੋ ਲਹੈ। ਫਿਰ ਜਿਹੜਾ ਹੈ ਕਰਮ, ਉਪਾਸਨਾ ਤੇ ਗਿਆਨ, ਜਿਵੇਂ ਕਰਮ ਐਸਾ ਕਿ ਜਿਹਦੇ ਨਾਲ ਮਲ ਦੋਖ ਜਿਹੜਾ ਹੈ ਇਹਦੀ ਨਿਵਰਤੀ ਹੋ ਜਾਂਦੀ ਹੈ, ਜਿਹੜੇ ਅੰਦਰ ਮਲੀਨਤਾ ਦਾ ਦੋਸ਼ ਹੈ ਉਹ ਦੂਰ ਹੋ ਜਾਂਦਾ ਹੈ। ਤੇ ਉਪਾਸਨਾ ਜਿਹੜੀ ਹੈ ਇਹਦੇ ਨਾਲ ਗੁਰਮੁਖੋ ਵਿਖੇਪ ਦੋਸ਼ ਹੈ ਤੇ ਇਹ ਨਿਵਰਤੀ ਹੋ ਜਾਂਦੀ ਹੈ। ਜਿਹੜਾ ਗਿਆਨ ਹੈ, ਗਿਆਨ ਦੇ ਨਾਲ ਅਵਰਨ ਦੋਸ਼ ਦੀ ਨਿਵਰਤੀ ਹੋ ਜਾਂਦੀ ਹੈ। ਇਹ ਤਿੰਨ ਦੋਸ਼ ਮੁੱਖ ਨੇ, ਮਲ ਦੋਸ਼, ਅਵੇਖ ਤੇ ਅਵਰਨ। ਮਲ ਮਲੀਨਤਾ ਤੇ ਜਿਹੜਾ ਹੈਗਾ ਵਿਖੇਪ ਦੋਸ਼ ਹੈ, ਭੇਦਤਾ ਵਾਲਾ, ਵੱਖ-ਵੱਖ ਜਾਣਨ ਦਾ, ਇਹ ਵੀ ਇੱਕ ਦੋਸ਼ ਹੈ ਨਾ। ਕਿ ਉਪਾਸਨਾ ਕਰਨ ਵਾਲਾ ਹੋਰ, ਜਿਹਦੀ ਉਪਾਸਨਾ ਕੀਤੀ ਜਾ ਰਹੀ ਹੈ ਹੋਰ, ਇਹ ਵੀ ਦੋਸ਼ ਹੀ ਹੈ ਜਦੋਂ ਦੋਸ਼ ਸਮਝਦਾ। ਇੱਕ ਅਵਰਨ, ਕਿ ਵੱਖਰੇ ਰੂਪ ਵਿੱਚ ਵੇਖਣਾ, ਤੇ ਇੱਥੇ ਕੋਈ ਹੋਰ ਰੂਪ ਵੇਖ ਲਿਆ, ਕਿਤੇ ਵੱਖ-ਵੱਖ ਰੂਪਾਂ ਵਿੱਚ ਨਹੀਂ, ਇੱਕੋ ਹੀ ਸਰੂਪ ਹੈ। ਇਸ ਤਰ੍ਹਾਂ ਗਿਆਨ ਦੇ ਨਾਲ ਉਹ ਵਰਨ ਦੋਸ਼ ਦੀ ਨਿਵਰਤੀ ਹੁੰਦੀ ਹੈ। ਮਹਾਰਾਜ ਕਹਿਣ ਲੱਗੀ ਨੂੰ ਫਿਰ ਕਿਹਾ ਕਰਮ, ਉਪਾਸ, ਉਪਾਸਨਾ ਤੇ ਗਿਆਨ। ਇਸ ਤਰ੍ਹਾਂ ਭਾਈ ਕਰਮ, ਉਪਾਸਨਾ ਤੇ ਗਿਆਨ ਦਾ ਧਾਰਨੀ ਹੋਵੇ। ਯਥਾ ਸ਼ਬਦ ਕੋ ਹੋਏ ਸੋ ਵਰਨੈ। ਤੇ ਜਿਸ ਤਰ੍ਹਾਂ ਦਾ ਹੁਣ ਸ਼ਬਦ ਹੈ ਉਸ ਤਰ੍ਹਾਂ ਦਾ ਦੇਖਿਆ ਕਿ ਸ਼ਬਦ ਕਰਮ ਦੀ ਜਿਹੜਾ ਹੈ ਉਪਦੇਸ਼ ਦੇ ਰਿਹਾ ਕਿ ਉਪਾਸਨਾ ਦਾ ਕਿ ਗਿਆਨ ਦਾ। ਜਿਸ ਤਰ੍ਹਾਂ ਦਾ ਹੁਣ ਸ਼ਬਦ ਹੈ ਉਸ ਤਰ੍ਹਾਂ ਵਰਣਨ ਕਰੇ। ਅਰਥ ਸੁਣਾਵੇ ਕਰ ਕਰ ਨਿਰਣੈ। ਤੇ ਨਿਰਣੇ ਕਰਕੇ ਉਹਦਾ ਅਰਥ ਸੁਣਾਵੇ। ਨਿਰਣਾ ਕਰਨਾ ਇਹ ਨਾ ਹੋਵੇ ਕਿ ਜਿਵੇਂ ਕੋਈ ਅਰਥ ਕਰਤਾ, ਸਰੋਤੇ ਦੇ ਮਨ ਚ ਸਵਾਲ ਪੈਦਾ ਹੋ ਗਿਆ ਅਰਥ ਸੁਣ ਕੇ। ਨਹੀਂ, ਨਿਰਣਾ ਵੀ ਕਰਨਾ ਗੱਲ ਦਾ। ਆਪਾਂ ਜਿਵੇਂ ਆਮ ਹੀ ਤਾਂ ਗੱਲ ਕਹਿੰਦੇ, ਤੂੰ ਮੈਨੂੰ ਇਸ ਗੱਲ ਦਾ ਨਿਰਣਾ ਕਰ, ਰਿਜ਼ਲਟ ਕੱਢ ਕੀ ਹੈ। ਇਸ ਤਰ੍ਹਾਂ ਭਾਈ ਨਿਰਣੇ ਕਰ ਕਰਕੇ ਅਰਥ ਸੁਣਾਵੇ। ਖਾਸਟ ਸੰਦੇਹ ਛੇਦਨੋ ਮਾਨ। ਤੇ ਛੇਵਾਂ ਹੈ ਭਾਈ ਜਿਹੜਾ ਸੰਦੇਹ ਹੈ, ਇਹਨੂੰ ਜਾਂ ਜਿਹੜਾ ਮਾਨ ਹੈ ਆਪਣੇ ਅੰਦਰ ਇਹ ਨਹੀਂ ਧਾਰਨਾ, ਇਹਨੂੰ ਛੇਦਣਾ, ਕੱਟ ਦੇਣਾ ਹੈ। ਪ੍ਰਸ਼ਨ ਕਰੈ ਉੱਤਰ ਦੇ ਜਾਨ। ਕੋਈ ਪ੍ਰਸ਼ਨ ਕਰਦਾ ਤਾਂ ਉਹਨੂੰ ਪ੍ਰੇਮ ਨਾਲ ਉੱਤਰ ਦੇਣਾ ਹੈ, ਉਸ ਪ੍ਰਸ਼ਨ ਨੂੰ ਜਾਣ ਕਰਕੇ। ਜਥਾ ਸ਼ਬਦ ਕੋ ਆਸੇ ਹੈ। ਫਿਰ ਅੱਗੇ ਆ ਗਿਆ ਜਿਵੇਂ ਕੋਈ ਸ਼ਬਦ ਦਾ ਆਸ਼ਾ ਕੀ ਹੈ, ਕਿ ਸ਼ਬਦ ਦਾ ਭਾਵ ਕੀ ਹੈ। ਤਥਾ ਪ੍ਰਮਾਨ ਸੋ ਸਾਖੀ ਕਹੈ। ਉਸ ਤਰ੍ਹਾਂ ਦਾ ਪ੍ਰਮਾਣ ਨਾਲ ਜਿਹੜੀ ਹੈ ਕੋਈ ਸ਼ਬਦ ਦੇ ਆਸੇ ਮੁਤਾਬਕ ਪ੍ਰਮਾਣ ਦੇਣੇ, ਤੇ ਉਸ ਤਰ੍ਹਾਂ ਦੀ ਨਾਲ ਸਾਖੀ ਕਹਿਣੀ ਇਤਿਹਾਸ ਦੀ। ਕੋਈ ਮਿਲਦੀ ਜੁਲਦੀ ਗੱਲ, ਮੰਨ ਲਓ ਕਰਮ ਸੇਵਾ ਦੀ ਚੱਲ ਪਏ ਤਾਂ ਸੇਵਾ ਦੇ ਪ੍ਰਥਾਏ ਗੁਰਬਾਣੀ ਦੇ ਪ੍ਰਮਾਣ, ਤੇ ਕੋਈ ਸੇਵਾ ਦੇ ਪ੍ਰਥਾਈ ਗੁਰੂ ਮਹਾਰਾਜ ਜਾਂ ਗੁਰਸਿੱਖਾਂ ਦੇ ਜੀਵਨ ਵਿੱਚੋਂ ਸਾਖੀ ਕਹਿਣੀ ਹੈ। ਜੈਸੇ ਬੁੱਧ ਮਹਿ ਸਰੋਤਾ ਜਾਣੈ। ਤੇ ਜਿਸ ਤਰ੍ਹਾਂ ਦਾ ਭਾਈ ਜਿਹੜਾ ਸਰੋਤਾ ਹੈ ਉਹ ਬੁੱਧੀ ਵਿੱਚ ਉਸ ਗੱਲ ਨੂੰ ਜਾਣ ਲਵੇ, ਸਮਝ ਲਵੇ। ਤੇਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨੈ।
ਉਸੇ ਤਰ੍ਹਾਂ ਦੇ ਨਾਲ ਦ੍ਰਿਸ਼ਟਾਂਤ ਵਿਖਿਆਨ ਕਰਨੇ ਆ। ਉਸ ਤਰ੍ਹਾਂ ਦਾ ਪ੍ਰਮਾਣ ਸਾਖੀ ਉਹ ਨਾਲ ਭਾਈ ਵਿਖਿਆਨ ਕਰਨੇ ਹਨ। ਸਪਤਮ ਗਿਆਤ ਸਕਲ ਮਤ ਕੇਰੂ। ਫਿਰ ਹੈ ਛੇਵਾਂ ਕਿ ਸਾ ਮਤ ਦੇ ਵਿੱਚ ਸਭ ਕੁਝ ਦਾ ਗਿਆਤ ਹੋਵੇ, ਸੋਝੀ ਹੋਵੇ। ਸੁਨੇ ਹੋਏ ਸ਼ਾਸਤਰਨ ਕੇ ਝੇਰੋ। ਜਿਹੜੇ ਸ਼ਾਸਤਰਾਂ ਦੇ ਵਿੱਚ ਸੁਣੇ ਹੋਏ ਸ਼ਾਸਤਰਾਂ ਦੇ ਜਿਹੜੇ ਹਨ ਉਹ ਵੀ ਪਤਾ ਲੱਗੇ ਕਿ ਜਿਵੇਂ ਹੁਣ ਸ਼ਾਸਤਰਨ ਕੇ ਜਿਹੜੇ ਸ਼ਾਸਤਰ ਧਰਮ ਗ੍ਰੰਥ ਹੈ ਇਹ ਕੀ ਨੇ, ਕਿਹੜਾ ਕੀ ਗਿਆਨ ਦਿੰਦਾ, ਕਿਹੜੇ ਦੇ ਵਿੱਚ ਕੀ ਹੈ। ਕੋਈ ਜਿਵੇਂ ਹੁਣ ਸ਼ਾਸਤਰਾਂ ਦੇ ਝਗੜੇ ਵੀ ਹੋ ਜਾਂਦੇ ਆ, ਉਹ ਫਲਾਣੇ ਗ੍ਰੰਥ ਇਹਦਾ ਜੀ ਐਂ ਲਿਖਿਆ, ਇਹਦੇ ਚ ਐਂ ਲਿਖਿਆ। ਇਹ ਵੀ ਸਾਰੀ ਗੱਲ ਦੀ ਗਿਆਤ ਹੋਣੀ ਚਾਹੀਦੀ ਹੈ ਮਤ ਦੇ ਵਿੱਚ। ਅਸ਼ਟਮ ਖਿਆਤ ਵਿਖੈ ਪ੍ਰਗਟਾਉਣ। ਅੱਠਵਾਂ ਹੈ ਖਿਆਤ ਜਿਹੜਾ ਹੈ ਉਹਦੇ ਵਿੱਚ ਖਿਆਤ ਭਾਵ ਆ ਗਿਆ ਖਿਆਲ, ਜਿਹੜਾ ਸੁਰਤੀ ਹੈ। ਅੱਠਵਾਂ ਜਿਹੜਾ ਸੁਰਤੀ ਦੇ ਵਿੱਚ ਪ੍ਰਗਟਾਉਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਹੁਣ ਆਪਾਂ ਵੇਖਦੇ ਹਾਂ ਸਾਰੀ ਜਿਹੜੀ ਪ੍ਰਕਿਰਤੀ ਹੈ ਸਭ ਕੁਝ ਦਾ ਕਰਨ ਕਰਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਤੇ ਇਸ ਗੱਲ ਦਾ ਗਿਆਨ ਜਿਹੜਾ ਖਿਆਤ ਵਿੱਚ ਭਾਵ ਖਿਆਲ ਵਿੱਚ ਅੱਠਵਾਂ ਗੁਣ ਵਕਤੇ ਵਿੱਚ ਹੋਵੇ ਕਿ ਪ੍ਰਗਟਾਉਣ ਕੀ ਹੈ, ਕਿ ਕੋਈ ਜਿਵੇਂ ਪ੍ਰਤੀਕੂਲ ਕੀ ਹੈ, ਅਨੁਕੂਲ ਕੀ ਹੈ, ਕਿਹੜੀ ਗੱਲ ਇੱਥੇ ਉਲਟ ਹੈ, ਕਿਹੜੀ ਗੱਲ ਇੱਥੇ ਸਹੀ ਹੈ। ਕਥਾ ਪ੍ਰਸੰਗ ਹੋਤ ਹੈ ਜੌਨ। ਜਿਸ ਤਰ੍ਹਾਂ ਦਾ ਕੋਈ ਕਥਾ ਦਾ ਪ੍ਰਸੰਗ ਚੱਲ ਪਿਆ, ਜਿਸ ਤਰ੍ਹਾਂ ਦਾ ਵੀ ਕੋਈ ਕਥਾ ਪ੍ਰਸੰਗ ਹੋ ਰਿਹਾ ਹੈ, ਅਪਰ ਜੋ ਮਤ ਸਾਖੀ ਸੋ ਪ੍ਰਮਾਨ। ਤਾਂ ਉੱਥੇ ਫਿਰ ਭਾਈ ਹੋਰ ਵੀ ਜਿਹੜੇ ਮਤ ਨੇ ਉਹਨਾਂ ਦੇ ਵੀ ਸਾਖੀ ਪ੍ਰਮਾਣ ਦੇਣੇ। ਹੁਣ ਤਾਂ ਜੇ ਕੋਈ ਗੱਲ ਸੁਣਾ ਦੂ ਕਹਿੰਦੇ ਤੁਸੀਂ ਹਿੰਦੂਆਂ ਦੀ ਗੱਲ ਵਿੱਚ ਕਿਉਂ ਕਰ, ਫਲਾਣੇ ਦੀ ਗੱਲ ਕਿਉਂ, ਸ਼ਿਵ ਦੀ ਕਿਉਂ ਕਰਤੀ, ਇਹਦੀ ਕਰ। ਇੱਥੇ ਦੱਸਣਾ ਹੁੰਦਾ ਨਾ ਕਿ ਭਾਈ ਉਹਨਾਂ ਦੇ ਆਹ ਗੱਲ ਉਹਨਾਂ ਦੇ ਸਮੇਂ ਵੀ ਹੋਈ, ਆਹ ਹੋਇਆ। ਤੇ ਇਹ ਜਿਹੜੀ ਹੈ ਜਿਵੇਂ ਹੁਣ ਨਾਮ ਦੀ ਮਹਿਮਾ ਦੱਸਣੀ ਹੈ ਤਾਂ ਨਾਮ ਦੀ ਮਹਿਮਾ ਦੇ ਵਿੱਚ ਜਿਹੜਾ ਜਾਂ ਭਗਵਾਨ ਪਰਮੇਸ਼ਰ ਕਿ ਉਹ ਸਭ ਤੋਂ ਮਹਾਨ ਹੈ ਤਾਂ ਉੱਥੇ ਜਾ ਕੇ ਫਿਰ ਹੋਰ ਵੀ ਪ੍ਰਮਾਣ ਦੇਣੇ ਪੈਂਦੇ ਆ। ਜਿਵੇਂ ਪ੍ਰਮਾਣ ਦੇ ਦਿੰਦਾ ਵੀ ਸ਼ਿਵ ਬੈਠੇ ਸੀ ਤੇ ਜਿਹੜੀ ਪਾਰਵਤੀ ਪੁੱਛਦੀ ਹੈ ਵੀ ਸਾਰੇ ਤੁਹਾਡਾ ਧਿਆਨ ਧਰਦੇ, ਤੁਸੀਂ ਕਿਹਦਾ ਧਰਦੇ ਹੋ? ਕਹਿੰਦੇ ਵੀ ਭਗਵਾਨ ਪਰਮੇਸ਼ਰ ਜੋ ਹੈ ਵਾਹਿਗੁਰੂ ਹੈ ਜਿਹੜਾ ਸਾਰੇ ਰਮਿਆ ਹੋਇਆ ਹੈ, ਜਿਹੜਾ ਸਭ ਨੂੰ। ਹੁਣ ਉਹ ਪ੍ਰਮਾਣ ਦੇਤਾ ਮੰਨ ਕੇ। ਉਹ ਕਈ ਵਾਰ ਇੱਥੇ ਸੁਣ ਕੇ ਇਹ ਤੁਸੀਂ ਜੀ ਉਹਨਾਂ ਦੀ ਗੱਲ ਨਾ ਕਰੋ, ਕਈ ਇਹ ਕਹਿਣਗੇ ਆਪਣੀ ਗੱਲ ਕਰੋ। ਭਾਈ ਗੱਲ ਤਾਂ ਆ ਗਈ ਨਾਮ ਦੀ ਮਹਿਮਾ ਦੀ ਕਿ ਜਿਹੜਾ ਨਾਮ ਹੈ ਇਹਦੀ ਮਹਿਮਾ ਮਹਾਨ ਹੈ। ਜਿਵੇਂ ਹੁਣ ਉਹ ਪ੍ਰਮਾਣ ਗਿਆਨੀ ਗਿਆਨ ਸਿੰਘ ਜੀ ਨੇ ਦਿੱਤਾ ਕਿ ਜਿਹੜਾ ਧਰਤੀ ਦਾ ਚੱਕਰ ਕੱਟ ਕੇ ਆਊਗਾ ਉਹਨੂੰ ਸਾਰਿਆਂ ਨਾਲੋਂ ਮਹਾਨ ਦੇਵਤਾ ਮੰਨਿਆ ਜਾਊ। ਤੇ ਹੁਣ ਸਾਰੇ ਆਪਦੀਆਂ ਸਵਾਰੀਆਂ ਤੇ ਸਵਾਰ ਹੋਣ ਲੱਗੇ। ਇਹ ਆਉਂਦਾ ਹੈ ਨਾ ਕਿ ਗਣੇਸ਼ ਨੂੰ ਜਿਹੜਾ ਹੈ ਸਨਾਤਨ ਜਾਂ ਹਿੰਦੂ ਧਰਮ ਵਿੱਚ ਮਹਾਨ ਕਿਉਂ ਮੰਨਿਆ? ਜਦੋਂ ਵੀ ਕੋਈ ਉਹ ਕੰਮ ਕਰਦੇ ਉਹ ਕਹਿੰਦੇ ਸ਼੍ਰੀ ਗਣੇਸ਼ ਕਰੋ। ਹਰ ਦੇਖੋ ਬਹੁਤ ਜਿਹੜਾ ਹੁਣ ਜਾਂ ਵੱਡੇ ਸ਼ਹਿਰਾਂ ਵਿੱਚ ਹਿੰਦੂ ਜਿਹੜੇ ਸਭ ਤੋਂ ਵੱਧ ਪੂਜਾ ਗਣੇਸ਼ ਦੀ ਕਰਦੇ ਆ। ਕੋਈ ਕੰਮ ਸ਼ੁਰੂ ਕਰਨਾ ਪਹਿਲਾਂ ਸ਼੍ਰੀ ਗਣੇਸ਼ ਉਹ ਕਰਦੇ ਆ, ਭਾਵ ਉਹਦਾ ਗਣੇਸ਼ ਪੂਜਾ ਕਰਦੇ ਨੇ। ਆ ਫਿਲਮਾਂ ਜਿੰਨੇ ਬਣਾਉਂਦੇ ਆ ਸਾਰੇ ਪਹਿਲਾਂ ਆਪਦਾ ਇਹੀ ਮੰਨਦੇ ਆ। ਇਹ ਕਿਉਂ ਹੈ? ਤਾਂ ਗੱਲ ਹੁਣ ਇਹ ਸਮਝਾਉਣ ਵਾਸਤੇ ਕਿ ਨਾਮ ਮਹਾਨ ਹੈ ਪਰਮੇਸ਼ਰ ਦਾ। ਤੇ ਫਿਰ ਉੱਥੇ ਪ੍ਰਮਾਣ ਦੇਣਾ ਕਿ ਇੱਕ ਵਾਰੀ ਭਗਵਾਨ ਕਹਿੰਦੇ ਵੀ ਸਾਰਿਆਂ ਚੋਂ ਦੇਵਤਾ ਮਹਾਨ ਕਿਹੜਾ ਹੈ? ਕਹਿੰਦੇ ਜਿਹੜਾ ਧਰਤੀ ਦਾ ਚੱਕਰ ਲਾ ਕੇ ਉਹ ਜਿਹੜਾ ਸਭ ਤੋਂ ਪਹਿਲਾਂ ਆਜੂ ਮਹਾਨ ਹੈ। ਹੁਣ ਸਾਰੇ ਜਾਣੇ ਆਪੋ ਆਪਣੇ ਸਵਾਰ ਹੋ ਗਏ ਵਾਹਨਾਂ ਤੇ ਜਿਹੜਾ ਗਣੇਸ਼ ਸੀ ਇਹਦਾ ਤੇ ਹੁਣ ਜਿਹੜੀ ਸਵਾਰੀ ਆ ਉਹ ਚੂਹਾ ਸ਼ਾਸਤਰਾਂ 'ਚ ਲਿਖੀ ਹੈ। ਕਹਿੰਦੇ ਵੀ ਇਹ ਤਾਂ ਔਖਾ ਕੰਮ। ਉਹ ਸੋਚਣ ਲੱਗ ਗਿਆ ਇਹ ਫਿਰ ਮੈਂ ਕਿਵੇਂ ਪਹੁੰਚਾਂ, ਮੇਰੀ ਤਾਂ ਸਵਾਰੀ ਇਹੋ ਜਿਹੀ ਆ ਸਾਰਿਆਂ ਨੂੰ ਪਿੱਛੇ ਰਹਿ ਜੂ। ਤਾਂ ਕੀ ਕੀਤਾ ਕਿ ਰਾਮ ਨਾਮ ਲਿਖ ਕਰਕੇ ਉਹਦੀ ਪਰਿਕਰਮਾ ਕਰਤੀ। ਨਾਮ ਦੀ ਪਰਿਕਰਮਾ ਹੋ ਗਈ ਨਾ ਤੇ ਸਾਰਾ ਖੰਡ ਬ੍ਰਹਿਮੰਡ ਨਾਮ ਦੇ ਆਸਰੇ ਹੈ।
ਜੋ ਸਾਰਿਆਂ ਨੇ ਮੂਹਰੇ ਬੈਠੇ, ਸਾਰੇ ਦੇਵਤੇ ਕੋ ਕਹੇ ਮੈਂ ਆ ਗਿਆ, ਕੋਈ ਕਹੇ ਉਹ ਕਹਿੰਦੇ ਵੀ ਗਣੇਸ਼ ਮੁਖੀ ਹੈ, ਮੁੱਖ ਹੈ। ਕਿਉਂ ਕਰਕੇ ਇਹਨੇ ਸਭ ਤੋਂ ਕਹਿੰਦੇ ਜੀ ਇਹ ਤਾਂ ਗਿਆ ਹੀ ਕਿਤੇ ਨਹੀਂ ਹੈ, ਇਹਦੀ ਸਵਾਰੀ ਚੂਹਾ, ਇਹ ਕਿਵੇਂ ਪਹਿਲਾਂ ਆ ਗਿਆ। ਉਹ ਕਹਿੰਦੇ ਭਾਈ ਇਹਨੇ ਨਾਮ ਦੀ ਪਰਿਕਰਮਾ ਕਰਨੀ, ਰਾਮ ਲਿਖ ਕੇ ਪਰਿਕਰਮਾ, ਪਰਮੇਸ਼ਰ ਦੇ ਨਾਮ ਜਿਹੜਾ ਹੈ ਉਹ ਮਹਾਨ ਹੈ। ਗੱਲ ਤਾਂ ਆ ਗਈ ਇੱਥੇ। ਹੁਣ ਇਹ ਗੱਲ ਨਾਮ ਮਹਾਨ ਹੈ, ਜਿੱਥੇ ਗੁਰੂ ਮਹਾਰਾਜ ਦੇ ਦਰ ਘਰ ਦੀ ਗੱਲ ਸੁਣਾਉਣੀ ਹੈ, ਨਾਲ ਵਿੱਚ ਇਹ ਪ੍ਰਮਾਣ ਵੀ ਦਿੱਤਾ ਗਿਆ। ਤਾਂ ਇਹਦਾ ਮਤਲਬ ਤਾਂ ਨਹੀਂ ਕਿ ਹੁਣ ਕੋਈ ਹਿੰਦੂਆਂ ਦੀ ਗੱਲ ਹੋ ਗਈ। ਗੱਲ ਤਾਂ ਉਹ ਹੈ ਕਿ ਉਹ ਸਾਰੇ ਜਿੰਨੇ ਭਲੇ ਪੁਰਸ਼ ਸੀ, ਜਿਨ੍ਹਾਂ ਦੇ ਕੋਈ ਵੀ ਆਪਣੇ ਸਾਖੀ ਪ੍ਰਮਾਣ ਵਿੱਚੋਂ ਆਪਾਂ ਨੂੰ ਬ੍ਰਹਮ ਦੀ ਗੱਲ ਮਿਲਦੀ ਹੈ, ਉਹ ਗੁਰਮੁਖੋ ਚੰਗੀ ਚੰਗੀ ਹੈ। ਇਸ ਕਰਕੇ ਇਹ ਜਿਹੜਾ ਹੈ ਇਸ ਤਰ੍ਹਾਂ ਦੇ ਹੋਰ ਅਪਰ ਜੋ ਮਤ ਸਾਖੀ ਸੋ ਪ੍ਰਮਾਣ, ਹੋਰ ਜੋ ਮਤ ਨੇ ਉਹਨਾਂ ਦੇ ਸਾਖੀ ਪ੍ਰਮਾਣ ਵੀ ਆਸ਼ੈ ਸਮਝਨ ਕਰੈ ਬਖਾਨ, ਉਹਨਾਂ ਦੇ ਆਸ਼ੇ ਨੂੰ ਸਮਝਣ ਵਾਸਤੇ ਇਹ ਵੀ ਬਖਿਆਨ ਕਰਨੇ ਹਨ। ਨਵਮ ਅਵਿੰਗ ਜੋ ਸੁਧਾ ਬੈਸੇ, ਨਾਮਾ ਹੈ ਭਾਈ ਜਿਵੇਂ ਬੈਠਣਾ, ਪਹਿਲਾਂ ਵਕਤ ਇਹਦਾ ਬੈਠਣ ਦਾ ਵੀ ਚੌਂਕੜਾ ਮਾਰ ਕੇ ਬੈਠਾ, ਹੁਣ ਜੇ ਬਹਿ ਨਹੀਂ ਹੁੰਦਾ ਚੰਗੀ ਤਰ੍ਹਾਂ ਉਹ ਵੀ ਔਖਾ ਹੈ। ਵਕਤਾ ਜਿਹੜਾ ਹੈ ਅਵਿੰਗ ਭਾਵ ਬਿੰਗਾ ਨਾ ਬੈਠੇ, ਸਿੱਧਾ ਅਵਿੰਗ ਹੋ ਕੇ ਸੁੱਧਾ ਬੈਠੇ। ਮਨ ਭੀ ਸਰਲ ਰੱਖੈ ਵਿਦ ਤੈਸੇ, ਤੇ ਮਨ ਨੂੰ ਵੀ ਉਸੇ ਤਰ੍ਹਾਂ ਸਰਲ ਰੱਖਣਾ ਹੈ। ਦਸਮੋ ਜਨ ਰੰਜਨ ਪਹਿਚਾਨੈ, ਤੇ ਦਸਵਾਂ ਹੈ ਭਾਈ ਜਨ ਰੰਜਨ ਪਹਿਚਾਨੈ, ਜਿੰਨੇ ਵੀ ਹੈ ਸਾਰੇ ਪ੍ਰਸੰਨ, ਰੰਜਨ ਜਨ ਰੰਜਨ ਜਿਵੇਂ ਪ੍ਰਸੰਨਤਾ ਹੈ, ਇਸ ਗੱਲ ਨੂੰ ਪਹਿਚਾਨਣਾ। ਜਿਉਂ ਜਿਉਂ ਸਰੋਤਾ ਸੁਨਹਿ ਸੋ ਕਾਨੈ, ਦੇਖੇ ਵੀ ਜਿੰਨੇ ਨੇ ਜਿਹੜੇ ਸਰੋਤੇ ਐ ਪ੍ਰਸੰਨ ਹੋ ਕੇ ਸੁਣ ਵੀ ਰਹੇ ਆ। ਕਿ ਮੈਂ ਐਵੇਂ ਜ਼ੋਰ ਲਾਈ ਜਾਂਦਾ ਤੇ ਦੁਨੀਆ ਕਹਿੰਦੀ ਇਹ ਕਦੋਂ ਹਟੂ। ਇਹ ਵੀ ਗੱਲ ਹੈ ਨਾ ਕਿ ਜਿਵੇਂ ਕੋਈ ਸੁਣਾਉਣ ਲੱਗ ਗਿਆ, ਉਹ ਸੁਣਾਈ ਗਿਆ, ਇੱਕ ਦੋ ਉੱਠ ਉੱਠ ਤੁਰ ਗਏ, ਕੋਈ ਨਾ ਰਿਹਾ, ਇੱਕ ਬੈਠਾ ਰਹਿ ਗਿਆ। ਉਹ ਹੱਥ ਬੰਨ ਕੇ ਝਾਕੀ ਗਿਆ ਤੇ ਉਹਨੇ ਸੋਚਿਆ ਵੀ ਚੱਲ ਇੱਕ ਤਾਂ ਸੁਣਦਾ, ਸੁਣਾਈ ਗਿਆ। ਜਦੋਂ ਸਮਾਪਤੀ ਹੋਈ ਤੇ ਉਹਨੂੰ ਕੋਲੇ ਸੱਦ ਲਿਆ ਬਈ ਗੁਰਮੁਖਾ, ਆ ਬਾਕੀ ਤਾਂ ਨਹੀਂ ਦੁਨੀਆ ਹੈ ਨਹੀਂ, ਲੋਕਾਂ ਨੂੰ ਸੁਣਨ ਦਾ ਸ਼ੌਂਕ, ਸਭ ਉੱਠ ਕੇ ਚਲੇ ਗਏ। ਤੇਰੇ ਤੇ ਰੱਬ ਦੀ ਬੜੀ ਕਿਰਪਾ ਹੈ, ਜਿਹੜੀ ਲਗਨ ਹੈ ਤੈਨੂੰ, ਤੂੰ ਨਹੀਂ ਉੱਠਿਆ ਸੁਣੀ ਗਿਆ। ਉਹ ਕਹਿੰਦਾ ਜੀ ਮੈਂ ਤਾਂ ਜਿਹੜਾ ਸਪੀਕਰ ਲਾਇਆ ਹੋਇਆ ਇਹ ਲੈ ਕੇ ਜਾਣਾ ਸੀ, ਮੈਨੂੰ ਐਂ ਵੀ ਕਦੋਂ ਹਟੋ ਤੇ ਕਦੋਂ ਮੈਂ ਇਕੱਠਾ ਕਰਾਂ ਆਪਦਾ ਸਮਾਨ, ਮੈਂ ਤਾਂ ਬੈਠਾ। ਇਸ ਕਰਕੇ ਇਹ ਵੀ ਹੈ ਜਿਹੜਾ ਵਕਤਾ ਹੈ ਉਹਨੂੰ ਨਿਗਾਹ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਸਰੋਤੇ ਪ੍ਰਸੰਨਤਾ ਨਾਲ ਸੁਣਦੇ ਵੀ ਹੈ, ਕਿ ਐਵੇਂ ਕਹਿੰਦੇ ਵੀ ਕਦੋਂ ਟਾਈਮ ਹਟੂ ਤੇ ਕਦੋਂ ਅਸੀਂ ਜਾਈਏ। ਹੁਣ ਤਾਂ ਬਿਰਤੀ ਜਿਹੜੀ ਹੈ ਨਾ ਇਹ ਘਾਟ ਬਹੁਤ ਪੈ ਗਈ ਸਰੋਤਿਆਂ ਵਿੱਚ, ਕਿ ਅਸੀਂ ਜਾਂਦੇ ਹੀ ਉਸ ਹਿਸਾਬ ਨਾਲ ਹੈ ਕਿ ਹੁਣ ਨੇੜੇ ਲੱਗ ਗਿਆ ਹੋਊ, ਸਮਾਪਤੀ ਹੋਣ ਵਾਲੀ ਹੈ, ਚੱਲੀਏ ਹੁਣ ਜਾ ਕੇ ਬਹਿ ਜਾਾਂਗੇ। ਤੇ ਫਿਰ ਸਮਾਪਤੀ ਮੌਕੇ ਇਹ ਵੀ ਤੁਸੀਂ ਦੇਖੋ ਜਿਹੜੇ ਸਾਰਿਆਂ ਨੂੰ ਬਾਅਦ ਚ ਆਉਂਦੇ ਆ ਨਾ, ਸਭ ਤੋਂ ਪਹਿਲਾਂ ਉਹਨਾਂ ਨੇ ਭੱਜਣਾ, ਛੇਤੀ ਸਾਨੂੰ ਦੇਗ ਦਿਓ ਅਸੀਂ ਜਾਈਏ। ਘਰੇ ਜਾ ਕੇ ਕੱਖ ਨਹੀਂ ਕਰਨਾ ਹੁੰਦਾ ਤੇ ਨਹੀਂ ਛੇਤੀ ਇਹ ਦੇਗ ਨਹੀਂ ਵਰਤਾਉਂਦੇ, ਇਹ ਐ ਨਹੀਂ ਕਰਦੇ, ਇਹ ਆਉਣਾ ਸਾਰਿਆਂ ਨੂੰ ਮਗਰ ਹੈ ਤੇ ਦੇਗ ਭਾਲਣੀ ਹੈ ਪਹਿਲਾਂ। 5 ਮਿੰਟ ਵੱਧ ਲੱਗ ਤਾਂ ਜਾਣ, ਫਿਰ ਕਹਿਣਗੇ ਨਾ ਜੀ ਔਖਾ, ਬਹਿਣਾ ਹੀ ਨਹੀਂ ਔਖਾ ਹੋਇਆ ਪਿਆ ਹੈ। ਇਸ ਕਰਕੇ ਫਿਰ ਉੱਥੇ ਤਾਂ ਹੁਣ ਬਾਣੀ ਵਿੱਚ ਵੀ ਆਉਂਦਾ ਨਾ, ਬਿਨ ਗਾਹਕ ਗੁਣ ਵੇਚੀ, ਇਹ ਤਾਂ ਬਿਨਾਂ ਗਾਹਕ ਤੋਂ ਗੁਣ ਵੇਚਣ ਵਾਲੀ ਗੱਲ ਹੈ। ਅੱਜ ਦਾ ਸਮਾਂ ਐਸਾ ਹੋ ਗਿਆ, ਜਿੰਨਾ ਹੈ ਉਹਨਾਂ ਚੁੱਪ ਕਰਕੇ ਰੱਬ ਰੱਬ ਕਰਕੇ ਸਮਾਂ ਲੰਘਾਉਣ ਦਾ ਮਨ ਹੋਈ ਜਾਂਦਾ ਵੀ ਇਹ ਜਿਹੜਾ ਦੁਨੀਆ ਹੈ ਨਾ, ਇਹ ਇੱਥੇ ਤਾਂ ਉਹੀ ਹਾਲ ਹੈ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਗੁਰੂ ਦਾ ਉਪਦੇਸ਼ ਸੁਣਨ ਨੂੰ ਤਿਆਰ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰ ਸਿੱਖੋ ਭਾਈ ਵਕਤੇ ਦੇ ਇਹ ਲੱਛਣ ਕਿ ਦਸਮੋ ਜਨ ਰੰਜਨ ਪਹਿਚਾਨੈ, ਦਸਵਾਂ ਹੈ ਸਰੋਤਿਆਂ ਦੀ ਪ੍ਰਸੰਨਤਾ ਨੂੰ ਪਹਿਚਾਨੇ। ਜਿਉਂ ਜਿਉਂ ਸਰੋਤਾ ਸੁਨਹਿ ਸੋ ਕਾਨੈ, ਜਿਉਂ ਜਿਉਂ ਸਰੋਤਾ ਕੱਲ ਕੰਨੀ ਸੁਣ ਰਿਹਾ ਹੈ
ਤਿਉ ਤਿਉ ਰੰਗ ਪ੍ਰੀਤ ਕੋ ਚਰੈ। ਤਿਉ ਤਿਉ ਭਾਈ ਪ੍ਰੇਮ ਦਾ ਜਿਹੜਾ ਰੰਗ ਹੈ ਉਹ ਚੜ੍ਹਦਾ ਹੈ। ਇਮ ਕਹਿ ਸਰਬ ਸਭਾ ਬਸ ਕਰੈ। ਇਸ ਤਰ੍ਹਾਂ ਕਹੇ ਕਿ ਜਿਹੜੀ ਸਾਰੀ ਸਭਾ ਹੈ, ਦੀਵਾਨ ਹੈ, ਉਹ ਬਸ ਕਰ ਲੈ, ਭਾਵ ਸਭ ਦੇ ਮਨ ਖਿੱਚੇ ਜਾਣ। ਦ੍ਰਿਸ਼ਟੀ ਸਭ ਪਰ ਇਕਦ ਸਮਾਨ, ਤੇ ਸਾਰਿਆਂ ਦੇ ਉੱਤੇ ਇੱਕ ਸਮਾਨ ਦ੍ਰਿਸ਼ਟੀ ਰੱਖਣੀ ਹੈ। ਸਰੋਤਾ ਸਕਲ ਸਮੁਖ ਸਾਵਧਾਨ, ਤਾਂ ਕਿ ਜਿਹੜੇ ਸਰੋਤੇ ਨੇ ਉਹ ਸਾਹਮਣੇ ਸਾਰੇ ਸਾਵਧਾਨ ਰਹਿਣ ਜਿੰਨੇ ਵੀ ਹੈ। ਤੇ ਇਸ ਕਰਕੇ ਸਾਰਿਆਂ ਤੇ ਇੱਕ ਸਮਾਨ। ਇਹ ਜਦੋਂ ਵੀ ਤੁਸੀਂ ਵੇਖੋ ਜਿਹੜਾ ਵਕਤਾ ਹੁੰਦਾ ਹੈ ਨਾ, ਉਹ ਜ਼ਿਆਦਾਤਰ ਉਦੋਂ ਆਨੰਦ ਆਉਂਦਾ ਜਦੋਂ ਸੰਗਤ ਸਾਹਮਣੇ ਦਿਸੇ। ਇਸੇ ਕਰਕੇ ਜਿਹੜਾ ਕੋਈ ਵੀ ਵਕਤਾ ਹੈ ਉਹ ਫਿਰ ਉੱਚੀ ਜਗ੍ਹਾ ਤੇ ਤਾਂ ਬਿਠਾਇਆ ਜਾਂਦਾ ਕਿ ਸਾਰੀ ਸੰਗਤ ਉਹਦੀ ਦ੍ਰਿਸ਼ਟੀ ਵਿੱਚ ਰਹੇ, ਸੰਗਤ ਦਾ ਧਿਆਨ ਉਧਰ ਰਹੇ, ਸਰੋਤੇ ਵੱਲ, ਫਿਰ ਆਨੰਦ ਹੁੰਦਾ। ਉਹ ਜੇ ਹੁਣ ਜਿਵੇਂ ਹੁੰਦਾ ਸੀ ਪਹਿਲਾਂ, ਦੇਖੋ ਆਪਣੇ ਦਰਬਾਰ ਛੋਟਾ ਹੁੰਦਾ ਸੀ, ਸੰਗਤ ਜਿਹੜੀ ਹੈ 20-25-30% ਅੰਦਰ, ਬਾਕੀ ਬਾਹਰ ਹੁੰਦੀ ਸੀ। ਹੁਣ ਜਿਹੜਾ ਬਾਹਰ ਬੈਠਾ ਹੈ ਕੰਧ ਦੇ ਬਾਹਰਲੇ ਪਾਸੇ, ਉਹਨੂੰ ਤਾਂ ਜਿਹੇ ਜੀ ਟੇਪ ਲਾਤੀ, ਜਿਹੇ ਜਿਹਾ ਕੋਈ ਅੰਦਰ ਕੀਰਤਨ ਵਾਲਾ ਕਥਾ ਵਾਲਾ ਲੱਗ ਗਿਆ। ਹੁਣ ਚਲੋ ਮਾਲਕ ਦੀ ਕਿਰਪਾ, ਆਪਾਂ ਖੁੱਲਾ ਹੋ ਗਿਆ ਦਰਬਾਰ, ਸਾਰੇ ਬੈਠੇ ਹੁੰਦੇ, ਉਹੋ ਜਿਹਾ ਆਨੰਦ ਵਧਿਆ ਹੈ ਇਹਦੇ ਨਾਲ। ਕਿਉਂਕਿ ਜਿੱਦਾਂ ਸਮਾਂ ਜਿਹੜਾ ਵਕਤਾ ਹੈ ਉਹਦਾ ਧਿਆਨ ਸਰੋਤਿਆਂ ਵੱਲ, ਸਰੋਤੇ ਦਾ ਵਕਤੇ ਵੱਲ। ਇਸ ਤਰ੍ਹਾਂ ਫਿਰ ਸਾਵਧਾਨਤਾ ਸਰੋਤਿਆਂ ਵਿੱਚ ਹੋਵੇ। ਸਰਵਨ ਬਿਲੋਚਨ ਨਿਜ ਦਿਸ ਕਰੈ। ਇਉਂ ਸਰਵਨ ਬਿਲੋਚਨ, ਉਹਨਾਂ ਦੇ ਜਿਹੜੇ ਭਾਈ ਕੰਨ ਨੇ, ਅੱਖਾਂ ਨੇ, ਉਹ ਆਪਣੇ ਵੱਲ ਨੂੰ ਕਰੇ। ਇਸ ਤਰ੍ਹਾਂ ਸਾਰਿਆਂ ਵੱਲ ਇੱਕ ਸਮਾਨ ਵੇਖ ਕਰਕੇ ਵਕਤਾ ਵਿਚਾਰ ਕਰੇ। ਚਾਹੇ ਕਿ ਆਗੇ ਕਹਾਂ ਉਚਰੈ, ਤਾਂ ਕਿ ਉਹ ਚਾਹਣ ਕਿ ਹੁਣ ਇਹ ਅੱਗੇ ਕੀ ਦੱਸੂਗਾ। ਇਹ ਚਾਹਨਾ ਬਣੀ ਰਹੇ ਸਰੋਤੇ ਦੇ ਵਿੱਚ, ਆਹ ਗੱਲ ਤੋਂ ਗਾਹਾਂ ਕੀ ਹੋ, ਹੁਣ ਇਦੋਂ ਅੱਗੇ ਕੀ ਦੱਸੇਗਾ। ਇਸ ਤਰ੍ਹਾਂ ਦੀ ਉਹਦੇ ਮਨ ਵਿੱਚ ਚਾਹਨਾ ਹੋਵੇ ਤਾਂ ਫਿਰ ਐਸੀ ਬਾਤ ਬਣਦੀ ਹੈ। ਨਾਹਿੰ ਕ੍ਰਿਤ ਦਵਾਦਸਮੋ ਹੋਵੈ। ਦਵਾਦਸਮੋ ਦਾ ਭਾਵ ਹੈ ਕਿ ਜਿਵੇਂ ਦਵਾਦਸਮੋ ਕਹਿੰਦੇ ਨੇ 12, ਨਹੀਂ ਤਾਂ ਕਹਿੰਦੇ ਜਿਹੜੀਆਂ 12 ਕ੍ਰਿਤ ਜਿਹੜਾ ਹੈ, ਨਾਹਿੰ ਕ੍ਰਿਤ ਦਵਾਦਸਮੋ, ਅੰਦਰ ਪ੍ਰੇਮ ਦੀ ਭਾਵਨਾ ਜਿਹੜੀ ਹੈ, ਇਹ ਗੁਣ ਵੀ ਹੋਣਾ ਚਾਹੀਦਾ। 12ਵਾਂ ਗੁਣ ਹੈ। ਤੇ ਹੰਕਾਰ ਅੰਦਰ ਨਾ ਹੋਵੇ। ਇਹ ਹੁਣ ਆਪਾਂ ਵਿਚਾਰ ਕੱਲ ਅੱਗੇ ਕਰਾਂਗੇ। ਹੁਣ ਟਾਈਮ ਸਮਾਪਤੀ ਦਾ ਹੋ ਗਿਆ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰਿਆਂ ਦੇ ਸਿਰ ਮਿਹਰ ਭਰਿਆ ਹੱਥ ਰੱਖਣ, ਕਿਉਂਕਿ ਫਿਰ ਇਹ ਜਿਹੜਾ 14 ਜਿਹੜੇ ਨੇ ਗੁਣਾਂ ਦਾ ਵਿਚਾਰ ਜਿਹੜੀ ਹੈ, ਇਹ ਪੂਰਨ ਜਿਹੜਾ ਫਿਰ ਹੋ ਗਏ ਵੀ ਨਹੀਂ। ਤੇ ਇਸ ਕਰਕੇ ਕੱਲ ਆਪਾਂ ਜਿਹੜਾ ਵਿਚਾਰ ਹੋਰ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ। 14 ਵਕਤੇ ਦੇ ਗੁਣ ਤੇ 14 ਹੀ ਸਰੋਤੇ ਦੇ ਗੁਣ, ਤਾਂ ਕਿ ਮਾਲਕ ਆਪਣੇ ਤੇ ਵੀ ਕਿਰਪਾ ਕਰੇ। ਆਓ ਹੁਣ ਸਮਾਪਤੀ ਦਾ ਸਮਾਂ। ਭੁੱਲ ਚੁੱਕ ਦੀ ਖਿਮਾ ਸਰਬ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।